आवत देव सब मुना। इंद्र महाशिव जोग करी। पुन वेद ब्रंच विचार रहयो। हर जाप न छाड्यो एक करी। मथुरा जन को प्रभु दीन दयाल है। संगत श्रेष्ठ निहाल करी। रामदास गुरु जग तारन को। गुर जोत अर्जुन माहे तरी। रामदास गुरु जग तारन को। गुर जोत अर्जुन माहे तरी। सुखाओ उठल गुर सेविय ऐनस सहज सुभाए। दर्शन परसिय गुरु कै जन्म मरण दुख जाए। सिफत खसमधि नूर अरसों कुरसों चटिए। तुद डिठे सच्चे पातशाह माल जन्म जन्म दी कटिए। सतनाम श्री वाहिगुरु साहिब जीओ। सूही महला पंजवा। बुरे काम को उठ खलोया। नाम की बेला पै सोया। अवसर अपना बूझै न आना। माया मोह रंग लपटाना। बुरे काम को उठ खलोया। वाहिगुरु जी का खालसा वाहिगुरु जी की फतेह। ਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਪਾਂ ਸਤਿਗੁਰਾਂ ਦੀ ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਜੋ ਲੜੀਵਾਰ ਸ਼ਬਦ ਹਨ, ਸ਼ਬਦਦਾਰ ਸ਼ਬਦ ਕਥਾ ਵਿਚਾਰ ਸਰਵਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪ੍ਰਾਪਤ ਹੋਏ ਹਨ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਸੂਹੀ ਰਾਗ ਦਾ ਇਹ ਸ਼ਬਦ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸਾਨੂੰ ਪਵਿੱਤਰ ਸ਼ਬਦ 738 ਅੰਗ ਦੇ ਉੱਪਰ ਇਹ ਜੋ ਵਿਚਾਰ ਹੈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਬੁਰੇ ਕਾਮ ਕੋ ਉਠ ਖਲੋਇਆ। ਮਹਾਰਾਜ ਕਹਿਣ ਲੱਗੇ ਜਦੋਂ ਇਸ ਵਿਅਕਤੀ ਨੇ ਮਾੜੇ ਕੰਮ ਕਰਨੇ ਹੁੰਦੇ, ਬੁਰੇ ਕੰਮ ਕਰਨੇ ਨੇ, ਉਦੋਂ ਉੱਠ ਕੇ ਖਲੋਇਆ, ਉਦੋਂ ਉੱਠ ਕੇ ਖੜਾ ਹੋ ਜਾਂਦਾ। ਆਹ ਕੰਮ ਮੈਂ ਕਰਾਂਗਾ, ਮੇਰੇ ਬਿਨਾਂ ਕਰ ਹੀ ਨਹੀਂ ਸਕਦਾ। ਬੁਰਾ ਕੰਮ ਕਰਨ ਵਾਸਤੇ ਸਭ ਤੋਂ ਪਹਿਲਾ ਨੰਬਰ ਲੈਂਦਾ ਹੈ ਕਿ ਇਹ ਕੰਮ ਮੈਂ ਕਰਾਂਗਾ ਸਭ ਤੋਂ ਪਹਿਲਾਂ। ਪਰ ਜੇ ਕਿਤੇ ਚੰਗਾ ਕੰਮ ਕਰਨਾ ਪਵੇ ਫਿਰ ਪਿੱਛੇ ਹਟ ਜਾਂਦਾ ਹੈ, ਫਿਰ ਅੱਗੇ ਨਹੀਂ ਤੁਰਦਾ ਹੈ, ਸਗੋਂ ਅੱਗੇ ਤੁਰਨ ਵਾਲਿਆਂ ਨੂੰ ਵੀ ਰੋਕ ਲੈਂਦਾ ਹੈ। ਐਸਾ ਇਹ ਪਾਪੀ ਹੈ। ਕੋਈ ਚੰਗਾ ਕਰਮ ਹੋ ਰਿਹਾ ਧਰਮ ਦਾ, ਕੋਈ ਪਰਉਪਕਾਰ ਦਾ, ਉਹ ਕਰਨਾ ਨਹੀਂ ਚਾਹੁੰਦਾ।
ਕੋਈ ਹੋਰ ਕਰ ਲਵੇ ਉਹ ਇਸ ਨੂੰ ਮਨਜ਼ੂਰ ਨਹੀਂ ਹੈ। ਪਰ ਜੇ ਬੁਰਾ ਕੰਮ ਹੋਵੇ, ਬੁਰੇ ਕਾਮ ਕੋ ਊਠ ਖਲੋਇਆ, ਕਾਮ ਨੂੰ ਭੋਗਣਾ ਹੈ, ਕ੍ਰੋਧ ਨੂੰ ਭੋਗਣਾ ਹੈ, ਲੋਭ ਨੂੰ ਭੋਗਣਾ ਹੈ ਤੇ ਉੱਠ ਕੇ ਖੜਾ ਹੋ ਜਾਂਦਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉਭੇ ਜੰਤ। ਜੇ ਕਾਲੀ ਬੋਲੀ ਰਾਤ ਹੈ ਨਾ, ਤੇ ਕਾਲੀ ਬੋਲੀ ਘੁੱਪ ਕਾਲੀ ਰਾਤ ਵਿੱਚ ਚੋਰਾਂ ਨੂੰ ਬੜੀ ਮੌਜ ਹੈ। ਉੱਲੂ ਤੇ ਚੋਰ ਹਮੇਸ਼ਾ ਹੀ ਚਾਹੁੰਦੇ ਵੀ ਰਾਤ ਕਾਲੀ ਹੋਵੇ, ਸਾਡਾ ਦਾ ਲੱਗੇ। ਮਹਾਰਾਜ ਕਹਿਣ ਲੱਗੇ, ਰਾਤੀ ਹੋਵੇ ਕਾਰੀਆਂ, ਜੇ ਕਾਲੀਆਂ ਰਾਤਾਂ ਨੇ ਤੇ ਕਾਰੇ ਉਭੇ ਜੰਤ, ਕਾਰਿਆਂ ਮਨਾਂ ਵਾਲੇ ਜਿਹੜੇ ਲੋਕ ਨੇ ਉਹ ਖੜੇ ਹੋ ਜਾਂਦੇ। ਹੁਣ ਮੌਕਾ ਮਿਲਿਆ ਹੈ ਪਾਪ ਕਰਨ ਦਾ, ਕਾਲਾ ਕੰਮ ਕਰਨ ਦਾ। ਸਤਿਗੁਰੂ ਕਹਿਣ ਲੱਗੇ, ਬੁਰੇ ਕਾਮ ਕੋ ਊਠ ਖਲੋਇਆ। ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਮਾੜੇ ਕੰਮਾਂ ਕਰਨ ਵਾਸਤੇ ਉੱਠ ਕੇ ਖੜਾ ਹੋ ਜਾਂਦਾ, ਮੈਂ ਕਰਾਂਗਾ। ਫਿਰ ਬਖਸ਼ਿਸ਼ ਕਰਦੇ ਹਨ, ਬੁਰੇ ਕਾਮ ਕੋ ਊਠ ਖਲੋਇਆ। ਜਿਹੜੇ ਬੁਰੇ ਕੰਮ ਨੇ ਪਾਪ ਵਾਲੇ, ਊਠ ਖਲੋਇਆ ਕੀ ਹੈ? ਉਹਨਾਂ ਵਿੱਚ ਸਾਵਧਾਨ ਹੋ ਗਿਆ, ਪੂਰੀ ਹੁਸ਼ਿਆਰੀ ਵਰਤਦਾ, ਪੂਰੀ ਹੱਥ ਦੀ ਸਫਾਈ ਵਰਤਦਾ, ਮੈਂ ਫੜਿਆ ਨਾ ਜਾਵਾਂ। ਕਿਉਂਕਿ ਬੁਰਾ ਕੰਮ ਕਰਨ ਦੇ ਨਾਲ ਨਾਲ ਸਾਵਧਾਨੀ ਵਰਤਣੀ ਪਵੇਗੀ ਨਾ। ਜੇ ਫੜਿਆ ਗਿਆ ਤੇ ਲੋਕ ਮੇਰੇ ਤੇ ਦਾਗ ਲਾ ਦੇਣਗੇ। ਦਾਗ ਤੋਂ ਵੀ ਬਚਣਾ ਹੈ, ਦੁਨੀਆ ਨੂੰ ਪਤਾ ਨਾ ਲੱਗੇ। ਦੁਨੀਆ ਦੇ ਵਿੱਚ ਮੈਂ ਸਫੈਦ ਪੋਸ਼ ਹੋ ਕੇ ਰਵਾਂ, ਚਿੱਟ ਕੱਪੜੀਆ ਰਵਾਂ, ਮੇਰੇ ਕੱਪੜੇ ਤੇ ਦਾਗ ਨਾ ਕੋਈ ਕਹਿ ਸਕੇ। ਦੁਨੀਆ ਦੇ ਵਿੱਚ ਮੈਨੂੰ ਕੋਈ ਲਾਂਭਾ ਨਾ ਦੇ ਸਕੇ ਵੀ ਤੈਨੂੰ ਫਲਾਣੀ ਥਾਂ ਤੇ ਮੈਂ ਫਲਾਣਾ ਕੰਮ ਕਰਦੇ ਵੇਖਿਆ ਹੈ। ਮਹਾਰਾਜ ਕਹਿੰਦੇ ਕੰਮ ਤੇ ਮਾੜਾ ਕਰਦਾ, ਪਰ ਸਾਵਧਾਨੀ ਬੜੀ ਵਰਤਦਾ ਹੈ। ਸਾਵਧਾਨ ਹੋ ਕੇ, ਬੜਾ ਹੁਸ਼ਿਆਰ ਹੋ ਕੇ, ਮੈਂ ਕਿਸੇ ਤਰੀਕੇ ਨਾਲ ਪਕੜਿਆ ਨਾ ਜਾਵਾਂ, ਬਦਨਾਮ ਨਾ ਹੋ ਜਾਵਾਂ, ਐਸੀ ਚਲਾਕੀ ਦੇ ਨਾਲ ਕਾਰਜ ਕਰਦਾ ਹੈ। ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਹੁੰਦਾ ਨਾ ਨਾਮ ਜਪਣ ਦਾ ਟਾਈਮ, ਅੰਮ੍ਰਿਤ ਵੇਲੇ ਦਾ, ਸਾਰੀ ਰਾਤ ਤੇ ਜਾਗਦਾ ਰਿਹਾ, ਪਾਪ ਕਰਨ ਵਾਸਤੇ, ਚੋਰੀ ਕਰਨ ਵਾਸਤੇ ਜਾਗਦਾ ਰਿਹਾ। ਜਦੋਂ ਹੋ ਗਿਆ ਅੰਮ੍ਰਿਤ ਵੇਲਾ ਨਾਮ ਜਪਣ ਦਾ, ਪੈ ਪੈ ਸੋਇਆ। ਪੈ ਨਾਮ ਮੰਜੇ ਦਾ, ਮੰਜੇ ਤੇ ਪੈ ਪੈ ਕੇ ਸੁਤਾ ਰਿਹਾ। ਹੁਣ ਮੇਰੇ ਸੌਣ ਦਾ ਟਾਈਮ ਹੈ। ਵਿਦਵਾਨ ਕਹਿੰਦੇ ਨੇ, ਜੰਗਲੀ ਰਿੱਛ ਤੇ ਸ਼ੇਰ ਸਾਰੀ ਰਾਤ ਜੰਗ ਕਰਦੇ, ਲੜਦੇ, ਪਰ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ, ਤੜਕਸਾਰ ਹੁੰਦੀ ਹੈ ਤੇ ਰਿੱਛ ਨੂੰ ਨੀਂਦ ਆਉਂਦੀ ਹੈ ਤੇ ਸ਼ੇਰ ਉਹਦਾ ਸ਼ਿਕਾਰ ਕਰ ਜਾਂਦਾ। ਰਿੱਛ ਵਰਗਾ ਸੁਭਾਅ ਹੈ, ਅੰਮ੍ਰਿਤ ਵੇਲਾ ਹੁੰਦਾ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਨਾਮ ਕੀ ਵੇਲਾ, ਜਦੋਂ ਨਾਮ ਦਾ ਵੇਲਾ ਸੀ, ਪੈ ਪੈ ਸੋਇਆ, ਮੰਜੇ ਤੇ ਪੈ ਪੈ ਕੇ ਅੰਮ੍ਰਿਤ ਵੇਲਾ ਬਤੀਤ ਕਰ ਦਿੱਤਾ। ਫਿਰ ਬਖਸ਼ਿਸ਼ ਕਰਦੇ ਹਨ, ਨਾਮ ਕੀ ਬੇਲਾ ਪੈ ਪੈ ਸੋਇਆ। ਪੈ ਤੋਂ ਭਾਵ ਹੈ ਗੁਰਮੁਖੋ, ਭਾਵ ਜਿਹੜੇ ਪੈਰ ਨੇ, ਪੈਰ ਪਸਾਰ ਕੇ, ਲੱਤਾਂ ਪਸਾਰ ਕੇ ਸੌਂ ਜਾਂਦਾ, ਜਿਹਨੂੰ ਆਪਾਂ ਕਹਿ ਦਈਏ ਵੀ ਬੇਫਿਕਰ ਹੋ ਕੇ ਸੌਂ ਜਾਂਦਾ ਹੈ। ਆਪਾਂ ਆਮ ਹੀ ਇਹ ਸ਼ਬਦ ਵਰਤ ਲੈਂਦੇ ਨਾ ਕਿ ਇਹ ਪੈਰ ਪਸਾਰ ਕੇ ਪਿਆ ਹੈ, ਥਾਂ ਮੱਲ ਕੇ ਪਿਆ ਔਰ ਬੇਫਿਕਰ ਹੋ ਕੇ ਪਿਆ ਹੈ। ਸਤਿਗੁਰੂ ਕਹਿਣ ਲੱਗੇ, ਨਾਮ ਦੇ ਸਮੇਂ ਜਦੋਂ ਨਾਮ ਜਪਣਾ ਹੈ, ਉਦੋਂ ਜਗ੍ਹਾ ਵੀ ਮੱਲ ਲੈਂਦਾ ਹੈ ਔਰ ਬੇਫਿਕਰ ਹੋ ਕੇ ਸੌਂ ਜਾਂਦਾ ਹੈ। ਐਸੀ ਇਹਦੀ ਹਾਲਤ ਹੈ। ਫਿਰ ਬਖਸ਼ਿਸ਼ ਕਰਦੇ ਹਨ, ਨਾਮ ਕੀ ਬੇਲਾ ਪੈ ਪੈ ਸੋਇਆ। ਪੈ ਨਾਮ ਦੁੱਧ ਦਾ ਹੈ। ਜਿਹੜੇ ਅਖਰੀ ਅਰਥ ਹੁੰਦੇ ਨਾ, ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਅਰਥ ਬਣ ਜਾਂਦਾ ਹੈ। ਪੈ ਨਾਮ ਦੁੱਧ ਦਾ ਹੈ। ਸਤਿਗੁਰੂ ਕਹਿਣ ਲੱਗੇ, ਜਦੋਂ ਨਾਮ ਜਪਣਾ ਸੀ ਨਾ, ਉਦੋਂ ਦੁੱਧ ਪੀ ਕੇ ਜਾਂ ਦੁੱਧ ਵਾਂਗ ਚੰਗੇ ਚੰਗੇ ਪਦਾਰਥ ਛਕ ਕੇ, ਚੰਗੇ ਪਦਾਰਥ ਛਕ ਕੇ, ਦੁੱਧ ਪੀ ਕੇ, ਹੋਰ ਸੋਹਣੇ ਪਦਾਰਥ, ਮਹਿੰਗੇ ਪਦਾਰਥ ਖਾ ਕੇ ਤੇ ਫਿਰ ਸੌਂ ਗਿਆ। ਭਾਵ ਖਾਣ ਵਾਸਤੇ ਉੱਠ ਪੈਂਦਾ, ਮੈਨੂੰ ਭੁੱਖ ਲੱਗੀ ਹੈ, ਲਿਆਓ ਮੈਂ ਕੁਝ ਖਾਣਾ। ਜਦੋਂ ਖਾ ਲਿਆ, ਖਾਣ ਤੋਂ ਬਾਅਦ ਵਿੱਚ ਦਿਸਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ। ਹੁਣ ਰੱਬ ਦਾ ਸ਼ੁਕਰਾਨਾ ਕਰਨਾ ਸੀ ਵੀ ਪ੍ਰਮਾਤਮਾ ਤੇਰਾ ਧੰਨਵਾਦ। ਜਦੋਂ ਧੰਨਵਾਦ ਕਰਨ ਦਾ ਸਮਾਂ ਆਇਆ, ਉਦੋਂ ਸੌਂ ਗਿਆ। ਕਹਿਣ ਲੱਗਾ, ਮੈਨੂੰ ਤੇ ਨੀਂਦ ਆਉਂਦੀ ਹੈ। ਬੁਰੇ ਕਾਮ ਕੋ ਊਠ ਖਲੋਆ, ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ।
ਮਾੜਿਆਂ ਕੰਮਾਂ ਵਾਸਤੇ ਸਾਵਧਾਨ ਹੁੰਦਾ ਹੈ, ਨਾਮ ਜਪਣ ਵਾਸਤੇ ਨੀਂਦ ਆ ਜਾਂਦੀ, ਸੌਂ ਜਾਂਦਾ ਹੈ। ਅਵਸਰ ਆਪਣਾ ਬੂਝੇ ਨਾ ਇਆਨਾ। ਇਹ ਜਿਹੜਾ ਇਆਨਾ ਬੇਸਮਝ ਅਗਿਆਤ ਜੀਵ ਹੈ, ਇਹ ਆਪਣੇ ਮਰਨ ਦੇ ਅਵਸਰ ਸਮੇਂ ਨੂੰ ਜਾਣਦਾ ਨਹੀਂ ਹੈ। ਅਗਿਆਨੀ ਜੀਵ ਨੂੰ, ਨਾ ਸਮਝ ਬੰਦੇ ਨੂੰ ਇਹ ਨਹੀਂ ਪਤਾ ਵੀ ਮੇਰੀ ਮੌਤ ਕਦੋਂ ਆ ਜਾਣੀ ਹੈ। ਸਾਡੇ ਸਾਰਿਆਂ ਦੇ ਮਨ ਵਿੱਚ ਇਹ ਹੈ ਵੀ ਮੈਂ ਇੰਨੇ ਸਾਲ ਦਾ ਹੋ ਗਿਆ ਤੇ ਮੈਂ 100 ਸਾਲ ਦਾ ਹੋ ਹੀ ਜਾਣਾ ਹੈ। ਅਸੀਂ 100 ਸਾਲ ਨੂੰ ਮੰਨ ਕੇ ਚੱਲਦੇ ਹਾਂ ਵੀ ਮੇਰੀ ਉਮਰ ਆ, ਮੰਨ ਲਓ ਮੈਂ 50 ਦਾ ਹੋ ਗਿਆ ਤੇ ਮੇਰੀ 50 ਅਜੇ ਬਾਕੀ ਹੈ। ਪਰ ਮਹਾਰਾਜ ਕਹਿਣ ਲੱਗੇ ਪੱਕੀ ਗੱਲ ਥੋੜੀ ਹੈ ਵੀ 100 ਸਾਲ ਤੱਕ ਪਹੁੰਚਣਾ ਹੈ। ਮੌਤ ਦਾ ਪਤਾ ਥੋੜੀ ਹੈ ਕਿਹੜੇ ਵੇਲੇ ਕਦੋਂ ਆ ਜਾਵੇ। ਅਵਸਰ ਆਪਣਾ ਬੁਝੇ ਨਾ ਇਆਨਾ। ਇਆਨਾ ਤੋਂ ਭਾਵ ਅਣਜਾਣ, ਬੇਸਮਝ, ਅਗਿਆਤ ਜੀਵ ਮਰਨ ਦੇ ਸਮੇਂ ਨੂੰ ਸਮਝਦਾ ਨਹੀਂ ਪਿਆ ਕਿ ਮੌਤ ਕਦੋਂ ਆਉਣੀ ਹੈ, ਇਸ ਗੱਲ ਨੂੰ ਜਾਣਦਾ ਨਹੀਂ ਹੈ। ਮਾਇਆ ਮੋਹ ਰੰਗ ਲਪਟਾਨਾ। ਮਾਇਆ ਦੇ ਮੋਹ, ਮਾਇਆ ਦਾ ਮੋਹ ਤੇ ਉਹਦੇ ਰੰਗ ਕਹੀਏ ਆਨੰਦ ਵਿੱਚ ਲਪਟਿਆ ਹੋਇਆ। ਮਾਇਆ ਦਾ ਆਨੰਦ ਹੀ ਇਹਨੂੰ ਇਹੋ ਜਿਹਾ ਆ ਰਿਹਾ ਕਿ ਮਾਇਆ ਦੇ ਮੋਹ ਵਿੱਚੋਂ ਨਿਕਲ ਨਹੀਂ ਸਕਦਾ ਹੈ। ਕਿੰਨਾ ਮਰਜ਼ੀ ਯਤਨ ਕਰੀ ਜਾਈਏ ਵੀ ਨਿਕਲ ਜਾ ਬਾਹਰ, ਪਰ ਨਹੀਂ ਨਿਕਲਦਾ। ਮਾਇਆ ਦੇ ਆਨੰਦ ਹੀ ਇਹੋ ਜਿਹਾ ਨੇ, ਉਹਦੇ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ ਹੈ। ਗੰਦਗੀ ਦਾ ਕੀੜਾ ਗੰਦਗੀ ਵਿੱਚੋਂ ਕੱਢ ਕੇ ਬਾਹਰ ਸੁੱਟਿਆ, ਪਰ ਭੱਜ ਕੇ ਫਿਰ ਉਹ ਗੰਦਗੀ ਵਾਲੇ ਪਾਸੇ ਹੀ ਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਯਤਨ ਵੀ ਕਰੀਏ ਨਾ ਵੀ ਇਹਨੂੰ ਮਾਇਆ ਤੋਂ ਬਾਹਰ ਕੱਢ ਲਈਏ, ਪਰ ਕੁਝ ਸਮੇਂ ਵਾਸਤੇ ਤੇ ਉਪਦੇਸ਼ ਸੁਣਦਾ, ਬੜੀ ਚੰਗੀ ਗੱਲ ਹੈ, ਮੁੜ ਕੇ ਫਿਰ ਜਾ ਕੇ ਉਹਨਾਂ ਵਿੱਚ ਹੀ ਰਲ ਜਾਂਦਾ ਹੈ। ਐਸੀ ਇਹਦੀ ਹਾਲਤ ਹੈ। ਹੁਣ ਮੂਲ ਚੰਦ ਜਿਹੜਾ ਹੈ, ਮੂਲਾ ਖੱਤਰੀ, ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਵਿੱਚ ਰਹਿ ਕੇ ਬੜਾ ਪ੍ਰਭਾਵਿਤ ਹੋਇਆ। ਮਹਾਰਾਜ ਮੈਂ ਤੁਹਾਡੇ ਨਾਲ ਹੀ ਰਹਿਣਾ ਚਾਹੁੰਦਾ ਹਾਂ, ਮੈਨੂੰ ਨਾਲ ਹੀ ਰੱਖੋ। ਇੱਕ ਨਿੱਕਾ ਜਿਹਾ ਕੰਮ ਹੈ, ਮੈਂ ਘਰੇ ਕਰਕੇ ਤੇ ਆ ਜਾਵਾਂਗਾ। ਪਰ ਗੁਰਮੁਖੋ ਜਦੋਂ ਘਰ ਚਲਾ ਗਿਆ, ਮਾਇਆ ਦੇ ਰੰਗ ਆਨੰਦ ਵਿੱਚ ਇਹੋ ਜਿਹਾ ਲੰਪਟ ਹੋਇਆ, ਫਸ ਗਿਆ, ਦੁਬਾਰਾ ਆ ਹੀ ਨਹੀਂ ਸਕਿਆ। ਜੇ ਗੁਰੂ ਨਾਨਕ ਦੇ ਪਾਤਸ਼ਾਹ ਲੈਣ ਵਾਸਤੇ ਆਏ ਤਾਂ ਵੀ ਨਹੀਂ ਤੁਰ ਸਕਿਆ ਨਾਲ। ਮਹਾਰਾਜ ਕਹਿਣ ਲੱਗੇ ਮਾਇਆ ਦੇ ਮੋਹ ਦੇ ਜਿਹੜੇ ਰੰਗ ਨੇ ਉਹਦੇ ਵਿੱਚ ਬੜਾ ਲੰਪਟ ਹੋਇਆ ਹੈ। ਫਿਰ ਬਖਸ਼ਿਸ਼ ਕਰਦੇ ਹਨ। ਮਾਇਆ ਮੋਹ ਰੰਗ ਲਪਟਾਨਾ। ਇਹ ਜਿਹੜੀ ਮਾਇਆ ਹੈ ਇਹਦੇ ਮੋਹ ਵਿੱਚ ਪੈ ਕੇ ਰੰਗਾਂ ਦੇ ਵਿੱਚ ਰੰਗ ਬਰੰਗੇ ਕੱਪੜੇ, ਮੈਨੂੰ ਆਹ ਕੱਪੜਾ ਚੰਗਾ ਲੱਗਦਾ, ਮੈਨੂੰ ਆਹ ਰੰਗ ਚੰਗਾ ਲੱਗਦਾ, ਮੈਨੂੰ ਆਹ ਮਠਿਆਈ ਚੰਗੀ ਲੱਗਦੀ ਹੈ, ਮੇਰੇ ਘਰ ਨੂੰ ਇਸ ਤਰ੍ਹਾਂ ਦਾ ਰੰਗ ਹੋਣਾ ਚਾਹੀਦਾ ਹੈ। ਉਹਨਾਂ ਰੰਗਾਂ ਨੂੰ ਬਣਾਉਣ ਵਿੱਚ, ਕਰਨ ਵਿੱਚ, ਉਹਨਾਂ ਰੰਗਾਂ ਵਿੱਚ ਹੀ ਲੱਗਾ ਹੋਇਆ ਹੈ। ਰਹਾਉ ਲੋਭ ਲਹਿਰ ਕੋ ਬਿਕਸ ਫੂਲ ਬੈਠਾ। ਮਹਾਰਾਜ ਫਰਮਾਉਂਦੇ, ਕਹਿਣ ਲੱਗੇ ਲੋਭ ਦੀਆਂ ਲਹਿਰਾਂ ਕਰਕੇ ਨਾ ਬੜਾ ਖੁਸ਼ ਹੁੰਦਾ ਹੈ। ਲੋਭ ਦੀ ਲਹਿਰ ਜਦੋਂ ਆਉਂਦੀ ਹੈ ਨਾ ਤੇ ਫਿਰ ਖੁਸ਼ ਹੁੰਦਾ ਹੈ, ਮੈਂ ਇਹ ਕੀਤਾ, ਮੈਂ ਕੀਤਾ ਹੈ, ਮੈਂ ਕਰਵਾਇਆ ਹੈ। ਫੂਲ ਬੈਠਾ, ਫੁੱਲ ਕੇ ਬੈਠਦਾ ਹੈ, ਚੌੜਾ ਹੋ ਕੇ ਬੈਠਦਾ ਹੈ, ਆਪਣਿਆਂ ਦੇ ਵਿੱਚ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ। ਇਹ ਸਾਰੇ ਪਿੱਛੇ ਰਹਿ ਗਏ, ਮੈਂ ਸਭ ਤੋਂ ਅੱਗੇ ਨਿਕਲ ਗਿਆ। ਲੋਭ ਦੀ ਲਹਿਰ ਵਿੱਚ ਖੁਸ਼ ਹੋ ਕੇ ਬੜਾ ਫੁੱਲ ਕੇ ਚੌੜਾ ਹੋ ਕੇ ਬੈਠਦਾ ਹੈ। ਫਿਰ ਬਖਸ਼ਿਸ਼ ਕਰਦੇ ਹਨ। ਲੋਭ ਲਹਿਰ ਕੋ ਬਿਕਸ ਫੂਲ ਬੈਠਾ। ਸਤਿਗੁਰੂ ਕਹਿਣ ਲੱਗੇ ਜਦੋਂ ਲੋਭ ਦੀ ਲਹਿਰ ਅੰਦਰ ਉੱਠਦੀ ਹੈ ਨਾ, ਲੋਭ ਦੀਆਂ ਤਰੰਗਾਂ, ਫਿਰ ਬੜਾ ਖੁਸ਼ ਹੁੰਦਾ ਹੈ। ਖੁਸ਼ ਹੋ ਕੇ ਜਿਹੜਾ ਫੁੱਲ ਹੈ, ਫੁੱਲ ਦੇ ਵਾਂਗ ਫੁੱਲ ਜਾਂਦਾ ਹੈ। ਫੁੱਲ ਦੀ ਡੰਡੀ ਤੇ ਨਿੱਕੀ ਜੀ ਹੈ ਨਾ, ਪਰ ਉਹਦੇ ਉੱਪਰ ਫੁੱਲ ਵੱਡਾ ਲੱਗਾ, ਚੌੜਾ ਲੱਗਾ। ਆਪਾਂ ਗੁਲਾਬ ਦੇ ਫੁੱਲ ਦੀ ਗੱਲ ਕਰੀਏ, ਡੰਡੀ ਛੋਟੀ ਜੀ ਹੈ, ਫੁੱਲ ਉੱਪਰ ਚੌੜਾ ਹੈ। ਕਮਲ ਦੇ ਫੁੱਲ ਦੀ ਗੱਲ ਕਰੀਏ, ਡੰਡੀ ਛੋਟੀ ਜੀ ਹੈ, ਫੁੱਲ ਚੌੜਾ ਹੈ। ਗੈਂਡੇ ਦੇ ਫੁੱਲ ਦੀ ਗੱਲ ਕਰੀਏ, ਡੰਡੀ ਛੋਟੀ ਜੀ ਹੈ, ਪਰ ਫੁੱਲ ਉੱਪਰ ਚੌੜਾ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਚੌੜਾ ਫੁੱਲ ਖਿੜਿਆ ਹੁੰਦਾ, ਆਪਣੇ ਆਪ ਵਿੱਚ ਸਮਾਉਂਦਾ ਨਹੀਂ ਨਾ ਵੀ ਮੈਂ ਹੀ ਹਾਂ, ਇਸੇ ਤਰ੍ਹਾਂ ਇਹ ਵੀ ਪਦਾਰਥਾਂ ਵਿੱਚ ਬੜਾ ਚੌੜਾ ਹੋ ਰਿਹਾ ਹੈ, ਬੜਾ ਖੁਸ਼ ਹੋ ਰਿਹਾ ਹੈ। ਪਰ ਇਹ ਜਾਣਦਾ ਨਹੀਂ ਕਿ ਫੁੱਲ ਦੀ ਜ਼ਿੰਦਗੀ ਕੇਵਲ ਇੱਕ ਦਿਨ ਦੀ ਹੈ। ਸਵੇਰੇ ਖਿੜਿਆ, ਸ਼ਾਮ ਨੂੰ ਇਸ ਨੇ ਮੁਰਝਾ ਜਾਣਾ ਹੈ। ਇਹ ਪਦਾਰਥਾਂ ਦੀ ਜ਼ਿੰਦਗੀ ਵੀ ਬਹੁਤਾ ਲੰਮਾ ਸਮਾਂ ਨਹੀਂ, ਜਿਨ੍ਹਾਂ ਨੂੰ ਵੇਖ ਕੇ ਖੁਸ਼ ਹੁੰਦਾ ਪਿਆ
ਇਹਨਾਂ ਪਦਾਰਥਾਂ ਨੇ ਤੈਨੂੰ ਛੱਡਣਾ ਹੈ। ਸਾਧ ਜਨਾਂ ਕਾ ਦਰਸ਼ਨ ਇਹ ਡੀਠਾ ਪੂਰਨ ਮਹਾਤਮਾ ਦੇ ਦਰਸ਼ਨ ਕਰਨੇ ਹੀ ਨਹੀਂ ਚਾਹੁੰਦਾ ਹੈ। ਜੇ ਕੋਈ ਆਖੇ ਨਾ ਵੀ ਚੱਲ ਭਾਈ ਤੈਨੂੰ ਸਤ ਸੰਗਤ ਵਿੱਚ ਲੈ ਚੱਲੀਏ, ਉੱਥੇ ਬਾਣੀ ਪੜਾਂਗੇ ਸੁਣਾਂਗੇ, ਕਹਿਣ ਲੱਗਾ ਵੀ ਨਹੀਂ ਮੇਰੇ ਕੋਲ ਤੇ ਸਮਾਂ ਨਹੀਂ ਹੈ। ਸਾਧੂ ਮਹਾਤਮ ਗੁਰਮੁਖਾਂ ਦੇ ਦਰਸ਼ਨ ਕਰਨੇ ਨਹੀਂ ਚਾਹੁੰਦਾ ਹੈ। ਕਬੂ ਨ ਸਮਝੈ ਅਗਿਆਨ ਗਵਾਰਾ। ਮਹਾਰਾਜ ਫਰਮਾਉਂਦੇ ਇਹ ਜਿਹੜਾ ਅਗਿਆਨਤਾ ਦੇ ਸਹਿਤ ਗਵਾਰਾ ਕਹੀਏ ਮੂਰਖ ਜੀਵ ਹੈ, ਕਦੇ ਵੀ ਨਹੀਂ ਸਮਝਦਾ, ਜਿੰਨਾ ਮਰਜ਼ੀ ਸਮਝਾਈ ਜਾਓ ਪਰ ਨਹੀਂ। ਮਹਾਰਾਜ ਕਹਿਣ ਲੱਗੇ ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਖਤ ਪੈ ਹਰ ਗੁਣ ਗਾਏ। ਕੁੱਤੇ ਦੇ ਸਾਹਮਣੇ ਬੈਠ ਜਾਓ, ਬੈਠ ਕੇ ਕੋਈ ਵੱਡਾ ਗ੍ਰੰਥ ਖੋਲ ਲਵੋ, ਸਿਮਰਤੀ ਸ਼ਾਸਤਰ, ਸਿਮਰਤੀ ਸ਼ਾਸਤਰ ਦੇ ਸ਼ਲੋਕ ਪੜ੍ਹ ਪੜ੍ਹ ਕੇ ਕੁੱਤੇ ਨੂੰ ਸੁਣਾਓ। ਤੁਸੀਂ ਸੋਚੋਗੇ ਕੁੱਤਾ ਤੇ ਬੜਾ ਸਿਆਣਾ ਹੋ ਗਿਆ ਹੋਵੇਗਾ, ਬੜੀ ਸਮਝ ਆ ਗਈ ਹੈ। ਨਹੀਂ, ਉਹ ਕੁੱਤੇ ਦਾ ਕੁੱਤਾ ਹੀ ਰਿਹਾ, ਉਹਨੂੰ ਕੋਈ ਸਮਝ ਨਹੀਂ ਆਈ ਹੈ। ਉਹਦੇ ਸਾਹਮਣੇ ਸ਼ਾਸਤਰ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਮਹਾਰਾਜ ਕਹਿਣ ਲੱਗੇ ਮਨਮੁਖ ਬੰਦਾ ਵੀ ਇਸੇ ਤਰ੍ਹਾਂ ਦਾ ਹੀ ਹੈ, ਜਿੰਨਾ ਮਰਜ਼ੀ ਸਮਝਾਈ ਜਾਓ, ਗ੍ਰੰਥਾਂ ਦਾ ਗਿਆਨ ਕਥਨ ਕਰ ਦਿਓ, ਪਰ ਉਹ ਸਮਝ ਨਹੀਂ ਸਕਦਾ ਹੈ। ਕਬਹੂ ਨਾ ਸਮਝੈ, ਕਦੀ ਵੀ ਸਮਝਣਾ ਨਹੀਂ ਚਾਹੁੰਦਾ ਹੈ। ਬਹੁਰ ਬਹੁਰ ਲਪਟਿਓ ਜੰਜਾਰਾ। ਵਾਰ-ਵਾਰ ਜਿਹੜੇ ਜੰਜਾਲ ਹਨ ਉਹਨਾਂ ਦੇ ਵਿੱਚ ਲੰਪਟ ਹੁੰਦਾ ਹੈ। ਜਿੰਨਾ ਵੀ ਜੰਜਾਲਾਂ ਵਿੱਚੋਂ ਛੁਡਾਉਣ ਦਾ ਯਤਨ ਕਰੀਏ ਵੀ ਭਾਈ ਆ ਧੰਦਾ ਤੈਨੂੰ ਫੜ ਲਵੇਗਾ, ਇਸ ਧੰਦੇ ਵਿੱਚ ਨਾ ਪੈ, ਦੁਖੀ ਹੋ ਜਾਏਗਾ, ਪਰ ਮਹਾਰਾਜ ਕਹਿਣ ਲੱਗੇ ਨਹੀਂ, ਵਾਰ-ਵਾਰ ਉਹਨਾਂ ਧੰਦਿਆਂ ਵਿੱਚ ਲੰਪਟ ਹੋਇਆ ਰਹਿੰਦਾ ਹੈ। ਰਹਾਉ ਬਿਖੇ ਨਾਦ ਕਰਨ ਸੁਨ ਪੀਨਾ। ਵਿਖੇ ਤੋਂ ਭਾਵ ਜਿਹੜੇ ਵਿਸ਼ੇ ਵਿਕਾਰ ਨੇ, ਜਿਹੜੇ ਵਿਸ਼ੇ ਵਿਕਾਰ ਪੈਦਾ ਕਰਨ ਵਾਲੇ ਨਾਦ ਕਹੀਏ ਸ਼ਬਦ ਨੇ। ਜਿਵੇਂ ਮੰਨ ਲਓ ਆਪਾਂ ਸਿੱਧਾ ਕਹਿ ਦਈਏ ਵੀ ਗੰਦੀਆਂ ਗੱਲਾਂ ਕਰਨੀਆਂ, ਗੰਦੇ ਗਾਣੇ ਸੁਣਨੇ, ਜਿਨ੍ਹਾਂ ਨੂੰ ਸੁਣ ਕੇ ਮਨ ਦੇ ਵਿੱਚ ਵਿਕਾਰ ਹੋਰ ਪੈਦਾ ਹੋਣ। ਜਿਵੇਂ ਅੱਗ ਬਲਦੀ ਪਈ ਹੈ ਨਾ, ਉਹਦੇ ਤੇ ਜਿੰਨਾ ਤੇਲ ਪਾਵਾਂਗੇ ਹੋਰ ਭਾਂਬੜ ਮਚਿਆ। ਵਿਕਾਰ ਤੇ ਤੇਰੇ ਅੰਦਰ ਪਹਿਲਾਂ ਹੀ ਬੜੇ ਨੇ, ਕਾਮ ਦੇ, ਕ੍ਰੋਧ ਦੇ, ਲੋਭ ਮੋਹ ਹੰਕਾਰ ਦੇ, ਪਰ ਜੇ ਤੇਰੇ ਕੋਲ ਗੱਲਾਂ ਵੀ ਕੋਈ ਉਹੋ ਜਿਹੀਆਂ ਹੀ ਕਰੇ ਮਾੜੀਆਂ, ਤੇ ਫਿਰ ਹੋਰ ਉਹ ਵਿਕਾਰ ਭੜਕਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਵਿਖੈ ਨਾਦ, ਜਿਹੜੇ ਵਿਕਾਰ ਪੈਦਾ ਕਰਨ ਵਾਲੇ ਸ਼ਬਦ ਨੇ, ਸ਼ਬਦ ਕਹੀਏ ਜਿਹੜੀਆਂ ਗੱਲਾਂ ਨੇ, ਬਚਨ ਨੇ, ਉਹਨਾਂ ਨੂੰ ਸੁਣ ਸੁਣ ਕੇ ਇਹਦਾ ਮਨ ਬੜਾ ਭਿੱਜਿਆ ਹੈ, ਬੜਾ ਮਸਤ ਹੋਇਆ, ਕਹਿਣ ਲੱਗਾ ਵੀ ਆਹ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ। ਸੰਗਤ ਵਿੱਚ ਬੈਠਣਾ 10 ਮਿੰਟ ਵੀ ਔਖਾ ਹੈ। ਸੱਥ ਵਿੱਚ ਬੈਠ ਕੇ ਜਾਂ ਮਾੜੀ ਜਗ੍ਹਾ ਤੇ ਬੈਠ ਕੇ ਮਾੜੀਆਂ ਗੱਲਾਂ ਕਰਨੀਆਂ, ਮਾੜੀਆਂ ਫਿਲਮਾਂ ਵੇਖਣੀਆਂ, ਮਾੜੇ ਗਾਣੇ ਸੁਣਨੇ, ਉੱਥੇ ਭਾਵੇਂ ਸਾਰਾ ਦਿਨ ਹੀ ਬੈਠਾ ਰਵੇ, ਬੈਠਾ ਹੀ ਰਹਿੰਦਾ ਹੈ। ਪਾਤਸ਼ਾਹ ਕਹਿਣ ਲੱਗੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਗਾਣੇ ਸੁਣ ਕੇ, ਗੱਲਾਂ ਸੁਣ ਕੇ, ਕਰਨ ਸੁਣ ਭੀਨਾ, ਇਹਦੇ ਕਰਨ ਜਿਹੜੇ ਕੰਨ ਨੇ ਉਹ ਬੜੇ ਭਿੱਜੇ ਹੋਏ, ਬੜੇ ਮਸਤ ਰਹਿੰਦੇ ਇਹੋ ਜਿਹੇ ਕੰਮਾਂ ਦੇ ਵਿੱਚ। ਹਰ ਜਸ ਸੁਣਤ ਆਲਸ ਮਨ ਕੀਨਾ। ਜੇ ਇਹਨੂੰ ਆਖੀਏ ਨਾ ਵੀ ਚੱਲ ਭਾਈ ਰੱਬ ਦਾ ਜਸ ਸੁਣ ਲਈਏ ਜਾ ਕੇ, ਹਰ ਜਸ ਸੁਣਤ, ਜੇ ਕੋਈ ਰੱਬ ਦਾ ਜਸ ਸੁਣਾਉਣਾ ਚਾਹਵੇ, ਬਾਣੀ ਸੁਣਾਉਣੀ ਚਾਹਵੇ, ਪਾਠ ਸੁਣਾਉਣਾ ਚਾਹਵੇ, ਕੋਈ ਕਥਾ ਕੀਰਤਨ ਸੁਣਾਉਣਾ ਚਾਹਵੇ, ਤੇ ਆਲਸ ਮਨ ਕੀਨਾ, ਕਹਿਣ ਲੱਗਾ ਮੈਨੂੰ ਤੇ ਬੜਾ ਆਲਸ ਆਉਂਦਾ ਪਿਆ, ਮੈਨੂੰ ਤੇ ਨੀਂਦ ਆਉਂਦੀ ਪਈ, ਮੈਂ ਤੇ ਥੱਕਿਆ ਹੋਇਆ ਕੰਮ ਕਰ ਕਰਕੇ। ਸਾਰਾ ਦਿਨ ਮਾੜੇ ਗਾਣੇ ਸੁਣੇ, ਮਾੜੀਆਂ ਗੱਲਾਂ ਕੀਤੀਆਂ, ਉੱਥੇ ਨਹੀਂ ਥੱਕਿਆ, ਨਾ ਹੀ ਉੱਥੇ ਨੀਂਦ ਆਈ ਹੈ, ਨੀਂਦ ਉੱਡ ਗਈ ਹੈ। ਪਰ ਜੇ ਆਖਿਆ ਵੀ ਚੱਲ ਸੰਗਤ ਵਿੱਚ ਚੱਲੀਏ, ਕਹਿਣ ਲੱਗਾ ਮੈਨੂੰ ਤੇ ਆਲਸ ਆ ਗਿਆ, ਨੀਂਦ ਆ ਗਈ ਹੈ, ਮੈਂ ਨਹੀਂ ਜਾਣਾ ਚਾਹੁੰਦਾ ਹਾਂ। ਹਰ ਜਸ ਸੁਣਤ ਆਲਸ ਮਨ ਕੀਨਾ, ਰੱਬ ਦਾ ਜਸ ਸੁਣਨ ਵੱਲੋਂ ਬੜਾ ਆਲਸ ਕਰਕੇ, ਦਲਿੱਦਰ ਕਰਕੇ ਬੈਠਾ ਹੈ, ਰੱਬ ਦੇ ਜਸ ਨੂੰ ਸੁਣਨਾ ਨਹੀਂ ਚਾਹੁੰਦਾ ਹੈ। ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਅੰਧੇ ਅਗਿਆਨੀ ਜੀਵ, ਇਹ ਜਿਹੜੇ ਤੈਨੂੰ ਪਦਾਰਥ ਦਿਸਦੇ ਪਏ ਨੇ, ਸਾਹਮਣੇ ਤੇਰਾ ਘਰ ਹੈ, ਤੇਰੀ ਕੋਠੀ ਹੈ, ਤੇਰੀ ਕਾਰ ਹੈ, ਤੇਰੇ ਪਦਾਰਥ ਨੇ, ਜ਼ਮੀਨ ਜਾਇਦਾਦ ਹੈ, ਇਹ ਜਿੰਨੇ ਵੀ ਤੈਨੂੰ ਦਿਸਦੇ ਪਏ ਨੇ, ਦ੍ਰਿਸ਼ਟ ਨਾਹੀ,
ਜਦੋਂ ਦੁਨੀਆ ਨੂੰ ਛੱਡ ਕੇ ਚੱਲੇਗਾ ਇਹ ਸਭ ਕੋਈ ਤੇਰੀ ਨਿਗਾਹ ਨਹੀਂ ਆਉਣਗੇ। ਭਾਵ ਕਿ ਪਦਾਰਥ ਤੈਨੂੰ ਛੱਡ ਕੇ ਚਲੇ ਜਾਣਗੇ, ਜਿਨ੍ਹਾਂ ਪਦਾਰਥਾਂ ਵਾਸਤੇ ਤੂੰ ਕਿਸੇ ਗੁਰੂ ਨੂੰ, ਪੀਰ ਨੂੰ, ਸਾਧੂ ਨੂੰ ਵੇਖਣਾ ਨਹੀਂ ਨਾ ਚਾਹੁੰਦਾ। ਪਦਾਰਥਾਂ ਨਾਲ ਮੋਹ ਲਾ ਕੇ ਬੈਠਾ ਹੈ। ਜਦੋਂ ਦੁਨੀਆ ਨੂੰ ਛੱਡਣਾ ਹੈ ਇਹਨਾਂ ਪਦਾਰਥਾਂ ਨੇ ਤੈਨੂੰ ਛੱਡ ਜਾਣਾ ਹੈ, ਪਰ ਤੈਨੂੰ ਇਹ ਗੱਲ ਨਿਗਾਹ ਨਹੀਂ ਆਉਂਦੀ ਹੈ, ਤੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈ। ਛੋੜ ਜਾਹੇ ਝੂਠੇ ਸਭ ਧੰਦੇ। ਇਹ ਜਿਹੜੇ ਧੰਦੇ ਨੇ ਦੁਨੀਆ ਦੇ ਝੂਠੇ ਨੇ, ਨਾਸਵੰਤ ਨੇ, ਇਹਨਾਂ ਧੰਦਿਆਂ ਨੂੰ ਛੱਡ ਕੇ ਚਲੇ ਜਾਣਾ ਹੈ। ਜਾਂ ਕਹਿ ਲਈਏ ਇਹ ਜਿਹੜੇ ਪਦਾਰਥ ਨੇ ਇਹਨਾਂ ਨੇ ਤੈਨੂੰ ਛੱਡ ਦੇਣਾ ਹੈ, ਜਿਨ੍ਹਾਂ ਧੰਦਿਆਂ ਵਿੱਚ ਪਿਆ ਹੋਇਆ ਹੈ। ਇਸ ਕਰਕੇ ਨਾਮ ਨੂੰ ਜਪਨਾ ਕਰ। ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜਾ। ਗੁਰੂ ਕਹਿਣ ਲੱਗੇ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰੋ, ਸਾਡੇ ਤੇ ਕਿਰਪਾ ਕਰੋ, ਸਾਨੂੰ ਬਖਸ਼ ਲੈਣਾ ਕਰੋ। ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਸਾਡੇ ਤੇ ਕਿਰਪਾ ਕਰਕੇ ਸਾਨੂੰ ਸਤ ਸੰਗਤ ਦਿਓ, ਇਹ ਸਾਡੇ ਤੇ ਬਖਸ਼ਿਸ਼ ਕਰੋ। ਗੁਰਮੁਖੋ ਆਪਾਂ ਸੰਗਤ ਵਿੱਚ ਆ ਕੇ ਬੈਠੇ ਆ ਨਾ, ਜਿਹੜੀ ਚੀਜ਼ ਨੂੰ ਮੰਗਣ ਵਾਸਤੇ ਬੇਨਤੀ ਕੀਤੀ ਹੈ ਉਹ ਵਸਤੂ ਸਾਨੂੰ ਪ੍ਰਾਪਤ ਹੋ ਗਈ ਹੈ। ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਏ ਸਾਧ ਸੰਗ ਦੀਜੈ। ਮੈਨੂੰ ਬਖਸ਼ ਲਓ, ਮੈਨੂੰ ਸਾਧ ਸੰਗਤ ਦੇ ਦਿਓ। ਆਪਾਂ ਸਾਧ ਸੰਗਤ ਵਿੱਚ ਬੈਠੇ ਆ, ਇਹਦਾ ਭਾਵ ਇਹ ਆ ਵੀ ਸਤਿਗੁਰੂ ਸਾਡੇ ਤੇ ਬਖਸ਼ਿਸ਼ ਕਰਦੇ ਪਏ ਨੇ। ਅਸੀਂ ਉਸ ਬਖਸ਼ਿਸ਼ ਦੇ ਪਾਤਰ ਬਣ ਗਏ ਆ। ਜਿਸ ਬਖਸ਼ਿਸ਼ ਦੇ ਨਾਲ ਸੰਗਤ ਮਿਲਣੀ ਹੈ ਉਹ ਸੰਗਤ ਸਾਨੂੰ ਪ੍ਰਾਪਤ ਹੋ ਗਈ ਹੈ। ਤੋ ਕਿਛ ਪਾਈਏ ਜੋ ਹੋਈਏ ਰੇਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਮਿਲਦਾ ਤਾਂ ਹੈ ਕੁਝ ਜੋ ਹੋਈਏ ਰੇਨਾ। ਜੇ ਆਪਾਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣ ਜਾਵਾਂਗੇ, ਗੁਰੂ ਦੇ ਚਰਨਾਂ ਦੀ ਧੂੜੀ ਬਣ ਜਾਵਾਂਗੇ, ਤੋ ਕਿਛ ਪਾਈਏ ਤਾਂ ਕੁਝ ਮਿਲੇਗਾ। ਤੇ ਜੇ ਸੰਗਤ ਵਿੱਚ ਵੀ ਮਾਣ ਹੰਕਾਰ ਲੈ ਕੇ ਆਏ ਤੇ ਫਿਰ ਕੁਝ ਨਹੀਂ ਮਿਲੇਗਾ। ਸੰਗਤ ਵਿੱਚੋਂ ਤਾਂ ਮਿਲੇਗਾ ਜੇ ਤੂੰ ਸੰਗਤ ਦੇ ਚਰਨਾਂ ਦੀ ਧੂੜੀ ਬਣ ਜਾਵੇਂਗਾ, ਇਹ ਬਚਨ ਕਮਾਵੇਂਗਾ ਤਾਂ ਤੇਰਾ ਭਲਾ ਹੋਣਾ ਹੈ। ਰਾਤ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕਰ ਰਹੇ ਸੀ ਨਾ, ਇੱਕ ਲੜਕੇ ਨੇ ਆਖਿਆ ਮੈਨੂੰ ਤੇ ਬੈਰਾਗ ਹੋ ਗਿਆ ਹੈ। ਤੇ ਸਤਿਗੁਰਾਂ ਨੇ ਪੁੱਛਿਆ ਬੈਰਾਗ ਕਿਵੇਂ ਹੋਇਆ? ਕਹਿਣ ਲੱਗਾ ਜੀ ਤੁਹਾਡੀ ਬਾਣੀ ਪੜ੍ਹ ਕੇ। ਮਹਾਰਾਜ ਕਹਿੰਦੇ ਬਾਣੀ ਤੇ ਸਾਰੀ ਸੰਗਤ ਪੜ੍ਹਦੀ ਹੈ, ਤੂੰ ਕਿਹੜੀ ਬਾਣੀ ਪੜ੍ਹੀ ਹੈ? ਮਹਾਰਾਜ ਮੈਂ ਇਹ ਬਾਣੀ ਪੜ੍ਹੀ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ, ਕਿਸ ਨਾਲ ਕਿਉਂ ਚਿਤ ਲਾਈਏ। ਮਹਾਰਾਜ ਇਹ ਭਜਨ ਪੜ੍ਹਿਆ, ਇਹ ਬਚਨ ਤੁਹਾਡਾ ਮੇਰੇ ਅੰਦਰ ਹੀ ਵਸ ਗਿਆ। ਜਦੋਂ ਜਾਣਾ ਹੀ ਨਾਲ ਕੁਝ ਨਹੀਂ, ਇਹੋ ਕੁਟੰਬ ਤੂੰ ਜੇ ਦੇਖਦਾ, ਇਹ ਜਿਹੜਾ ਪਰਿਵਾਰ ਤੂੰ ਦੇਖਦਾ ਪਿਆ ਚੱਲੈ ਨਾਹੀ ਤੇਰਾ ਨਾਲੇ, ਇਹਨੇ ਤੇਰੇ ਨਾਲ ਚੱਲਣਾ ਨਹੀਂ ਹੈ। ਮਹਾਰਾਜ ਜਦੋਂ ਮੈਂ ਬਚਨ ਪੜ੍ਹੇ ਨਾ ਤੇ ਮੈਂ ਉਦੋਂ ਦਾ ਵੈਰਾਗ ਧਾਰਨ ਕਰ ਲਿਆ ਹੈ। ਪਰ ਇਹ ਬਚਨ ਸੰਗਤ ਵਿੱਚੋਂ ਪ੍ਰਾਪਤ ਹੁੰਦੇ ਹਨ। ਜਿਸੇ ਬੁਝਾਏ ਤਿਸ ਨਾਮ ਲੈਣਾ। ਜਿਸ ਨੂੰ ਆਪ ਜੀ ਬੁਝਾਉਂਦੇ ਹੋ, ਬੁਝਾਉਂਦੇ ਤੋਂ ਭਾਵ ਜਿਸ ਨੂੰ ਆਪ ਸਮਝਾਉਂਦੇ ਹੋ, ਸਮਝ ਦਿੰਦੇ ਹੋ, ਗਿਆਨ ਦਿੰਦੇ ਹੋ। ਨਾਮ ਵੀ ਉਹੀ ਜਪਦਾ ਹੈ, ਨਾਮ ਐਵੇਂ ਨਹੀਂ ਜਪਿਆ ਜਾਂਦਾ। ਨਾਮ ਨੂੰ ਜਪੇਗਾ ਉਹ ਜਿਸ ਨੂੰ ਗੁਰੂ ਸੋਝੀ ਦਿੰਦਾ ਹੈ, ਗਿਆਨ ਬਖਸ਼ਿਸ਼ ਕਰਦੇ ਹਨ। ਰਹਾਉ ਇਸ ਸ਼ਬਦ ਵਿੱਚ ਮਹਾਰਾਜ ਜੀਆਂ ਨੇ 4 ਰਹਾਉ ਜਿਹੜੇ ਨੇ ਉਹ ਵੱਖ-ਵੱਖ ਥਾਵਾਂ ਤੇ ਬਖਸ਼ਿਸ਼ ਕੀਤੇ। ਰਹਾਉ ਤੋਂ ਭਾਵ ਹੁੰਦਾ ਹੈ ਕਿ ਇਸ ਸ਼ਬਦ ਨੂੰ, ਉਪਦੇਸ਼ ਨੂੰ ਆਪਣੇ ਹਿਰਦੇ ਦੀ ਧਰਤੀ ਵਿੱਚ ਰੌਣਾ ਕਰੋ, ਭਾਵ ਕਿ ਬੀਜਣਾ ਕਰੋ। ਇਹ ਜਿੰਨੀਆਂ ਵੀ ਪੰਕਤੀਆਂ ਨੇ ਇਹਨਾਂ ਵਿੱਚ ਵੱਖ-ਵੱਖ ਥਾਵਾਂ ਤੇ ਰਹਾਉ ਸ਼ਬਦ ਆਇਆ ਹੈ। ਕਿਸੇ ਵੀ ਪੰਕਤੀ ਦਾ ਭਾਵ ਲੈ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਕਮਾਈ ਕਰੇਗਾ, ਤੇਰਾ ਭਲਾ ਹੋਏਗਾ। ਔਰ ਰਹਾਉ ਦੀਆਂ ਪੰਕਤੀਆਂ ਲੈ ਕੇ ਜਿਹੜੇ ਗੁਰੂ ਕੇ ਰਾਗੀ ਸਿੰਘ ਨੇ ਉਹ ਸ਼ਬਦ ਨੂੰ ਗਾਇਨ ਕਰਦੇ ਨੇ। ਕਿਸੇ ਵੀ ਪੰਕਤੀ ਦੀ ਟੇਕ ਲੈ ਕੇ ਇਹ ਸ਼ਬਦ ਦਾ ਗਾਇਨ ਕੀਤਾ ਜਾ ਸਕਦਾ ਹੈ। ਇਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ। ਸੋਹੀ ਮਹੱਲਾ ਪੰਜਵਾਂ। ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਕੋਈ ਬੰਦਾ ਠਾਕੁਰ ਦੀ ਪੂਜਾ ਕਰਦਾ ਪਿਆ, ਪੱਥਰ ਦੀ ਪੂਜਾ। ਮਹਾਰਾਜ ਵੇਖ ਕੇ ਕਹਿਣ ਲੱਗੇ ਘਰ ਮੈਂ ਠਾਕੁਰ, ਠਾਕੁਰ ਤੇ ਬਾਹਰ ਪੂਜਦਾ ਪਿਆ ਪੱਥਰ ਨੂੰ, ਪਰ ਠਾਕੁਰ ਤੇ ਤੇਰੇ ਅੰਦਰ ਹੈ।
ਵਿਅਕਤੀ ਨੇ ਪੁੱਛਿਆ ਵੀ ਮਹਾਰਾਜ ਉਹ ਕਿਵੇਂ ਅੰਦਰ ਹੈ? ਕਹਿਣ ਲੱਗੇ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਤੇਰੇ ਅੰਤःਕਰਨ ਦੇ ਵਿੱਚ ਪ੍ਰਮਾਤਮਾ ਬੈਠਾ। ਕੀ ਗੱਲ ਤੈਨੂੰ ਉਹ ਨਜ਼ਰ ਨਹੀਂ ਆਇਆ? ਬਾਹਰੀ ਪੱਥਰਾਂ ਨੂੰ ਧੋ ਧੋ ਕੇ ਪੂਜਾ ਕਰਦਾ ਪਿਆ, ਪ੍ਰਮਾਤਮਾ ਤੇ ਤੇਰੇ ਹਿਰਦੇ ਵਿੱਚ ਬੈਠਾ ਹੋਇਆ ਹੈ। ਗਲ ਮੈਂ ਪਾਹਣ ਲੈ ਲਟਕਾਵੇ, ਗਲ ਦੇ ਵਿੱਚ ਪੱਥਰ ਦੀ ਬਣੀ ਹੋਈ ਮੂਰਤੀ ਪੱਥਰ ਤੋਂ ਬਣਦੀ ਹੈ ਨਾ। ਗੜ ਕੈ ਪਾਥਰ ਮੂਰਤ ਕੀਨੀ, ਦੇ ਕੈ ਛਾਤੀ ਪਾਓ। ਪੱਥਰ ਨੂੰ ਕੱਟ ਵੱਢ ਕੇ ਛੈਣੀ ਦੇ ਨਾਲ ਤਾਂ ਮੂਰਤੀ ਬਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੱਥਰ ਤੋਂ ਬਣਾ ਕੇ ਮੂਰਤੀ ਉਹਨੂੰ ਗਲ ਵਿੱਚ ਪਾ ਲਿਆ। ਗਲ ਵਿੱਚ ਪਾਇਆ ਕੀ ਹੋਵੇਗਾ? ਸਾਡੇ ਵਿੱਚ ਵੀ ਇਹੋ ਜਿਹੇ ਲੋਕ ਹੈਗੇ ਨੇ, ਜਿਵੇਂ ਈਸਾਈ ਧਰਮ ਵਾਲੇ ਗਲ ਦੇ ਵਿੱਚ ਸਲੀਬ ਪਾ ਲੈਂਦੇ। ਯਿਸੂ ਮਸੀਹ ਦਾ ਉਹ ਨਿਸ਼ਾਨ ਬਣਿਆ ਹੋਇਆ ਨਾ, ਉਹਨੂੰ ਗਲ ਦੇ ਵਿੱਚ ਪਾ ਲਿਆ। ਸਾਡੇ ਸਿੱਖ ਧਰਮ ਦੇ ਵਿੱਚ ਫੋਟੋਆਂ ਪਾ ਲਈਆਂ ਜਾਂਦੀਆਂ। ਕੋਈ ਗੁਰੂ ਨਾਨਕ ਦੇਵ ਦੀ ਫੋਟੋ ਪਾ ਲੈਂਦਾ, ਕੋਈ ਸ਼ਹੀਦਾਂ ਦੀ ਫੋਟੋ ਪਾ ਲੈਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗਲ ਦੇ ਵਿੱਚ ਫੋਟੋਆਂ ਪਾਉਣ ਦੇ ਨਾਲ, ਧਾਰਮਿਕ ਨਿਸ਼ਾਨ ਪਾਉਣ ਦੇ ਨਾਲ, ਕੋਈ ਗੁਰਬਾਣੀ ਦਾ ਸ਼ਬਦ ਜਾਂ ਏਕ ਓੰਕਾਰ ਪਾਉਣ ਦੇ ਨਾਲ ਕੀ ਕਰ ਲਵੇਂਗਾ ਜਦੋਂ ਕਮਾਈ ਨਹੀਂ ਕੀਤੀ ਹੈ? ਮੰਨ ਲਓ ਕਿ ਮੈਂ ਬਿਮਾਰ ਹਾਂ ਤੇ ਦਵਾਈ ਮੈਂ ਆਪਣੇ ਹੱਥ ਵਿੱਚ ਹੀ ਫੜ ਛੱਡਾਂ, ਜਾਂ ਰਾਤ ਨੂੰ ਸੁੱਤਾ ਤੇ ਆਪਣੇ ਸਿਰਹਾਣੇ ਥੱਲੇ ਰੱਖ ਲਈ ਦਵਾਈ, ਮੈਂ ਤੇ ਬਿਮਾਰ ਹਾਂ, ਕੀ ਸਵੇਰ ਚੜ੍ਹਦੇ ਨੂੰ ਮੈਂ ਠੀਕ ਹੋ ਜਾਵਾਂਗਾ? ਨਹੀਂ ਹੋਵਾਂਗਾ। ਦਵਾਈ ਉਦੋਂ ਅਸਰ ਕਰੇਗੀ ਜਦੋਂ ਮੈਂ ਉਸ ਨੂੰ ਖਾਵਾਂਗਾ, ਅੰਦਰ ਜਾਵੇ। ਹੱਥ ਵਿੱਚ ਦਵਾਈ ਫੜਿਆ ਰੋਗ ਜਾਏਗਾ ਨਹੀਂ, ਉਹ ਦਵਾਈ ਖਾਣੀ ਪੈਣੀ ਹੈ। ਇਸੇ ਤਰ੍ਹਾਂ ਤੂੰ ਹੱਥ ਵਿੱਚ ਨਾਮ ਲਿਖਵਾ ਲਿਆ। ਸਾਡੇ ਵਿੱਚ ਬਹੁਤੇ ਲੋਕ ਉਹ ਨੇ ਜਿਨ੍ਹਾਂ ਨੇ ਆਪਣੇ ਗੁੱਟ ਤੇ ਲਿਖਵਾਇਆ ਹੋਇਆ ਏਕ ਓੰਕਾਰ, ਜਾਂ ਕੋਈ ਗੁਰਬਾਣੀ ਦਾ ਸ਼ਬਦ ਲਿਖਵਾਇਆ ਹੋਇਆ। ਇੱਕ ਬਹੁਤ ਵੱਡਾ ਪਾਪ ਹੈ। ਚੰਗਾ ਕੰਮ ਨਹੀਂ ਕੀਤਾ, ਪਾਪ ਕੰਮ ਕੀਤਾ। ਇੱਕ ਤੇ ਅਸੀਂ ਏਕ ਓੰਕਾਰ ਜਦੋਂ ਲਿਖਾਇਆ ਸਾਡੇ ਕੇਸਾਂ ਦੀ ਬੇਅਦਬੀ ਹੋਈ, ਰੋਮਾਂ ਦੀ ਬੇਅਦਬੀ ਹੋਈ। ਦੂਜਾ ਪਾਪ ਇਹ ਕੀਤਾ ਵੀ ਇਹ ਗੁਰਬਾਣੀ ਦਾ ਸਭ ਤੋਂ ਵੱਡਾ ਸ਼ਬਦ ਹੈ, ਇਹ ਸਤਿਕਾਰਯੋਗ ਹੈ। ਇੱਕ ਪਾਸੇ ਤੇ ਆਪਾਂ ਮੱਥਾ ਟੇਕਦੇ ਹਾਂ, ਗੁਰਬਾਣੀ ਨੂੰ ਸਤਿਕਾਰ ਹੱਥ ਧੋ ਕੇ ਪਾਠ ਕਰਦੇ ਹਾਂ। ਜਦੋਂ ਅਸੀਂ ਆਪਣੇ ਗੁੱਟ ਤੇ ਏਕ ਓੰਕਾਰ ਲਿਖਾਵਾਂਗੇ ਤੇ ਅਸੀਂ ਆਪਣੇ ਹੱਥਾਂ ਨਾਲ ਕੋਈ ਮਾੜਾ ਕੰਮ ਨਹੀਂ ਕਰਾਂਗੇ। ਸਾਨੂੰ ਪੋਚਾ ਵੀ ਲਾਉਣਾ ਪੈਣਾ ਘਰੇ, ਸਾਨੂੰ ਸਫਾਈ ਵੀ ਕਰਨੀ ਪੈਣੀ ਹੈ, ਸਾਨੂੰ ਬੱਚਾ ਵੀ ਨਵਾਉਣਾ ਪੈਣਾ, ਅਸੀਂ ਆਪ ਵੀ ਨਹਾਉਣਾ ਹੈ, ਅਸੀਂ ਆਪ ਵੀ ਮਲ ਮੂਤਰ ਦੀ ਕਿਰਿਆ ਕਰਨੀ ਹੈ। ਤੇ ਫਿਰ ਉਹ ਸਾਡਾ ਹੱਥ ਲੱਗੇਗਾ ਨਹੀਂ, ਮਲ ਮੂਤਰ ਵਾਲੀ ਜਗ੍ਹਾ ਤੇ ਲੱਗੇਗਾ। ਤੇ ਹੱਥ ਤੇ ਲਿਖਵਾਇਆ ਏਕ ਓੰਕਾਰ, ਫਿਰ ਅਸੀਂ ਪਾਪ ਕੀਤਾ ਕਿ ਪੁੰਨ ਕੀਤਾ? ਇਹ ਵਿਚਾਰੀਏ ਆਪਣੇ ਮਨ ਦੇ। ਵੇਖੋ ਵੇਖੀ ਲਿਖਵਾ ਤੇ ਲਿਆ ਏਕ ਓੰਕਾਰ, ਪਹਿਲਾਂ ਕੇਸਾਂ ਦੀ ਬੇਅਦਬੀ ਕੀਤੀ, ਮਹਾਰਾਜ ਦੇ ਹੁਕਮ ਨੂੰ ਤੋੜਿਆ। ਦੂਜਾ ਕੰਮ ਜਿਹੜਾ ਸ਼ਬਦ ਲਿਖਾਇਆ ਫਿਰ ਉਹਦੀ ਬੇਅਦਬੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ ਭੈ ਅਦਬ ਨਾ ਬਾਨੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹਨੂੰ ਗੁਰਬਾਣੀ ਦਾ ਭੈ ਤੇ ਸਤਿਕਾਰ ਨਹੀਂ, ਉਹ ਗੁਰੂ ਦਾ ਸਿੱਖ ਹੀ ਨਹੀਂ। ਤੇ ਜਿਹਨੂੰ ਗੁਰੂ ਨੇ ਕਹਿ ਦਿੱਤਾ ਵੀ ਤੂੰ ਸਾਡਾ ਸਿੱਖ ਨਹੀਂ, ਉਹ ਭਾਵੇਂ ਸਾਰੇ ਸਰੀਰ ਤੇ ਹੀ ਏਕ ਓੰਕਾਰ ਲਿਖਾ ਲਵੇ, ਉਹ ਸਿੱਖ ਨਹੀਂ ਹੈ ਤੇ ਮਤਬਲ ਨਹੀਂ ਹੈ, ਸਿੱਖ ਨਹੀਂ ਬਣ ਜਾਏਗਾ। ਇਸ ਕਰਕੇ ਇਹ ਬੜਾ ਵੱਡਾ ਪਾਪ ਹੈ। ਇਹਨੂੰ ਅਸੀਂ ਲੈ ਆਂਦਾ ਹੈ ਕਿ ਸਰੀਰ ਤੇ ਜਿਵੇਂ ਲੋਕ ਟੈਟੂ ਬਣਾ ਲੈਂਦੇ, ਚਿੱਤਰਕਾਰੀ ਬਣਾ ਲੈਂਦੇ, ਗੁਰਬਾਣੀ ਦੇ ਸ਼ਬਦ ਨੂੰ ਚਿੱਤਰਕਾਰੀ ਦੇ ਰੂਪ ਵਿੱਚ ਲੈ ਆਂਦਾ ਹੈ। ਪਰ ਗੁਰਬਾਣੀ ਦਾ ਸ਼ਬਦ ਹੈ ਤੇ ਸਤਿਕਾਰਯੋਗ। ਸੰਸਥਾਵਾਂ ਤੇ ਇਹ ਉਪਰਾਲਾ ਕਰ ਰਹੀਆਂ, ਯਤਨ ਕਰ ਰਹੀਆਂ, ਮਿਹਨਤ ਕਰ ਰਹੀਆਂ ਵੀ ਅਖਬਾਰਾਂ ਤੇ ਬਾਣੀ ਆਉਂਦੀ ਹੈ, ਰਸਾਲਿਆਂ ਤੇ ਬਾਣੀ ਆਉਂਦੀ ਹੈ, ਗੱਡੀਆਂ ਦੇ ਉੱਪਰ ਬਾਣੀ ਲਿਖੀ ਹੈ, ਵੀ ਇਹ ਨਹੀਂ ਲਿਖਣੀ ਚਾਹੀਦੀ। ਉੱਤੇ ਘੱਟਾ ਪੈਂਦਾ, ਮਿੱਟੀ ਪੈਂਦੀ ਹੈ, ਸਾਡੇ ਪੈਰ ਵੀ ਲੱਗਦੇ, ਅਖਬਾਰ ਪੈਰਾਂ ਵਿੱਚ ਰੁਲਦੇ। ਰੇਹੜੀਆਂ ਵਾਲੇ ਉਹਨਾਂ ਅਖਬਾਰਾਂ ਦੇ ਉੱਪਰ ਖਾਣ ਵਾਸਤੇ ਚੀਜ਼ਾਂ ਪਾ ਕੇ ਦਿੰਦੇ। ਸੰਸਥਾਵਾਂ ਤੇ ਯਤਨ ਕਰ ਰਹੀਆਂ ਨੇ ਵੀ ਬਾਣੀ ਲਿਖੀ ਨਾ ਜਾਵੇ, ਪਰ ਅਸੀਂ ਉਹਦੇ ਤੋਂ ਉਲਟ ਚੱਲ ਪਏ, ਅਸੀਂ ਤੇ ਆਪਣੇ ਹੱਥਾਂ ਤੇ ਲਿਖਵਾ ਲਏ। ਪਰ ਸਾਡਾ ਹੱਥ ਜਦੋਂ ਗੰਦੀ ਜਗ੍ਹਾ ਤੇ ਲੱਗੇਗਾ ਫਿਰ ਗੁਰਬਾਣੀ ਦਾ ਸਤਿਕਾਰ ਨਹੀਂ ਰਹੇਗਾ। ਇਸ ਕਰਕੇ ਇਹ ਭਰਮ ਕੱਢ ਦਿਓ ਵੀ ਮੈਂ ਗਲ ਵਿੱਚ ਫੋਟੋ ਪਾ ਲਵਾਂਗਾ ਤੇ ਮੁਕਤ ਹੋ ਜਾਵਾਂਗਾ, ਗੁੱਟ ਤੇ ਨਾਮ ਲਿਖਵਾ ਲਵਾਂਗਾ ਏਕ ਓੰਕਾਰ ਤੇ ਮੁਕਤ ਹੋ ਜਾਵਾਂਗਾ। ਇਸ ਤਰ੍ਹਾਂ ਮੁਕਤੀ ਨਹੀਂ ਮਿਲਣੀ ਹੈ। ਜੇ ਬੁਖਾਰ ਚੜ੍ਹਿਆ
ਦਵਾਈ ਹੱਥ ਵਿੱਚ ਫੜਿਆ ਬੁਖਾਰ ਨਹੀਂ ਉਤਰਨਾ, ਉਹ ਖਾਣੀ ਪੈਣੀ ਹੈ ਫਿਰ ਉਤਰੇਗਾ। ਇਸੇ ਤਰ੍ਹਾਂ ਨਾਮ ਜਪਣਾ ਪੈਣਾ ਹੈ, ਨਾਮ ਜਪੇ ਬਿਨਾ ਗੱਲ ਨਹੀਂ ਬਣਨੀ। ਜੇ ਲਿਖਵਾ ਕੇ ਗੱਲ ਬਣੇ ਤੇ ਲੋਕ ਸਾਰੇ ਸਰੀਰ ਤੇ ਲਿਖਵਾ ਹੀ ਲੈਣ, ਨਹੀਂ ਸਰੀਰ ਦੇ ਉੱਪਰ ਨਹੀਂ, ਹਿਰਦਾ ਹੀ ਲਿਖ ਲਿਓ। ਇਸ ਬਾਣੀ ਨੂੰ ਅੰਦਰ ਲਿਖੋ ਆਪਣੇ ਹਿਰਦੇ ਦੇ ਵਿੱਚ, ਤਾਂ ਪ੍ਰਾਪਤੀ ਹੋਣੀ ਹੈ। ਮਹਾਰਾਜ ਕਹਿਣ ਲੱਗੇ ਜਿਸ ਪਾਹਨ ਕੋ ਠਾਕੁਰ ਕਹਿਤਾ, ਅੰਦਰੋਂ ਤੇ ਨਾਮ ਜਪਦਾ ਨਹੀਂ, ਅੰਦਰੋਂ ਤੇ ਪੈਗੰਬਰ ਦੇ ਵੱਲੋਂ ਦਿੱਤਾ ਹੋਇਆ ਉਪਦੇਸ਼ ਧਾਰਨ ਨੂੰ ਤਿਆਰ ਨਹੀਂ ਹੈ, ਮਾੜੇ ਔਗਣ ਛੱਡਣਾ ਨਹੀਂ ਚਾਹੁੰਦਾ। ਗੁਰੂ ਨੇ ਕੀ ਆਖਿਆ ਕਰਨ ਵਾਸਤੇ? ਬਾਹਰੋਂ ਤੇਰੀਆਂ ਚਿੱਤਰਕਾਰੀਆਂ ਬਣਾਈਆਂ ਕੀ ਕਰਨਗੀਆਂ? ਡੌਲਿਆਂ ਦੇ ਉੱਪਰ ਫੋਟੋ ਬਣਾ ਲਾ ਗੁਰੂ ਦੀ, ਉਹ ਚਿੱਤਰਕਾਰੀ ਤੇਰਾ ਕੀ ਫਾਇਦਾ ਕਰੇਗੀ? ਬਚਨ ਤੇ ਮੰਨਿਆ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਪਾਹਨ ਪੱਥਰ ਤੋਂ ਬਣੇ ਹੋਈ ਮੂਰਤੀ ਨੂੰ ਠਾਕੁਰ ਆਖਦਾ ਹੈ, ਤੇ ਬਚਨ ਸੁਣਨਾ ਕਰ। ਉਹ ਪਾਹਨ ਲੈ ਉਸਕੋ ਡੁਬਤਾ, ਉਹ ਪੱਥਰ ਤੇ ਲੈ ਕੇ ਡੁੱਬਦਾ ਹੈ, ਪੱਥਰ ਤਾਰਦਾ ਨਹੀਂ ਹੈ। ਜਦੋਂ ਕੋਈ ਬੰਦਾ ਮਰ ਜਾਂਦਾ ਨਾ, ਤੇ ਕੁਝ ਲੋਕ ਉਸ ਨੂੰ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੰਦੇ। ਜਦੋਂ ਮੁਰਦੇ ਦੀ ਲਾਸ਼ ਨੂੰ ਪਾਣੀ ਵਿੱਚ ਸੁੱਟਿਆ ਜਾਂਦਾ ਤੇ ਉਹਦੇ ਪੈਰਾਂ ਨਾਲ ਪੱਥਰ ਬੰਨਿਆ ਜਾਂਦਾ ਵੀ ਇਹ ਡੁੱਬ ਜਾਵੇ। ਪੱਥਰ ਦਾ ਕੰਮ ਡੁੱਬਣਾ ਹੈ, ਪੱਥਰ ਤਾਰਦਾ ਨਹੀਂ। ਤੇ ਤੂੰ ਪੱਥਰ ਦਾ ਬਣਾ ਕੇ ਕੋਈ ਦੇਵੀ ਦੇਵਤਾ ਦੇ ਗਲ ਵਿੱਚ ਪਾਈ ਫਿਰਦਾ, ਤਰੇਗਾ ਨਹੀਂ, ਤੂੰ ਵੀ ਡੁੱਬ ਜਾਣਾ ਹੈ। ਉਹ ਪਾਹੁਨ ਲੈ ਉਸ ਕੋ ਡੁੱਬਤਾ, ਉਹ ਪੱਥਰ ਜਿਹੜਾ ਹੈ ਲੈ ਕੇ ਡੁੱਬੇਗਾ ਸੰਸਾਰ ਸਮੁੰਦਰ ਵਿੱਚ, ਪਰ ਤੈਨੂੰ ਤਾਰਦਾ ਨਹੀਂ ਹੈ। ਗੁਨਹਗਾਰ ਲੂਣ ਹਰਾਮੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਜੀਵ ਹੈ ਗੁਨਹਗਾਰ, ਗੁਨਹਗਾਰ ਤੋਂ ਭਾਵ ਹੁੰਦਾ ਗੁਨਾਹਾਂ ਦਾ ਘਰ। ਘਰ ਦੇ ਵਿੱਚ ਬੜਾ ਹੀ ਕੁਝ ਪਿਆ ਹੁੰਦਾ। ਸਾਡੇ ਸਰੀਰ ਰੂਪੀ ਘਰ ਵਿੱਚ ਬੜੇ ਹੀ ਔਗਣ ਹੀ ਪਏ ਹੋਏ, ਗੁਨਾਹ ਹੀ ਪਏ ਹੋਏ। ਬਾਬਾ ਫਰੀਦ ਸਾਹਿਬ ਜੀ ਬੜੀ ਨਿਮਰਤਾ ਨਾਲ ਕਹਿਣ ਲੱਗੇ ਗੁਨਾਹੀ ਭਰਿਆ ਮੈਂ ਫਿਰਾਂ। ਗੁਨਾਹੀ ਤੋਂ ਭਾਵ ਔਗਣ, ਗੁਨਾਹ। ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਲੋਕ ਕਹਿਣ ਦਰਵੇਸ਼, ਦੁਨੀਆ ਦੇ ਲੋਕ ਮੈਨੂੰ ਮਹਾਤਮਾ ਕਹਿੰਦੇ, ਪਰ ਇਹ ਉਹਨਾਂ ਦੀ ਨਿਮਰਤਾ ਹੈ। ਅਸਲ ਵਿੱਚ ਵਾਕਿਆ ਉਹ ਹੈ ਹੀ ਦਰਵੇਸ਼ ਨੇ, ਹੈ ਹੀ ਮਹਾਤਮਾ ਨੇ, ਪਰ ਇਹ ਤੇ ਨਿਮਰਤਾ ਨਾਲ ਉਹਨਾਂ ਨੇ ਆਖਿਆ। ਇੱਥੇ ਮਹਾਰਾਜ ਕਹਿੰਦੇ ਗੁਨਹਗਾਰ, ਐ ਜੀਵ ਤੂੰ ਗੁਨਹਗਾਰ ਹੈ, ਗੁਨਾਹਾਂ ਦਾ ਘਰ ਹੈ। ਲੂਣ ਹਰਾਮੀ, ਨਮਕ ਹਰਾਮੀ ਹੋ ਰਿਹਾ ਹੈ। ਨਮਕ ਹਰਾਮੀ ਹੋ ਕੇ ਗੁਨਾਹ ਹੀ ਕਰੀ ਜਾ ਰਿਹਾ ਹੈ, ਗੁਨਾਹ ਵਿੱਚ ਲੱਗਾ ਹੋਇਆ ਹੈ। ਪਾਹਣ ਨਾਮ ਨਾ ਪਾਰ ਗ੍ਰਾਮੀ। ਇੱਕ ਬੜੀ ਸੋਹਣੀ ਉਦਾਹਰਨ ਦਿੰਦੇ ਮਹਾਰਾਜ, ਕਹਿਣ ਲੱਗੇ ਜੇ ਆਪਾਂ ਦਰਿਆ ਪਾਰ ਕਰਨਾ ਨਾ, ਆਪਾਂ ਬੇੜੀ ਤੇ ਚੜ੍ਹਦੇ ਹਾਂ, ਪਰ ਬੇੜੀ ਕਿਹੜੀ ਹੁੰਦੀ ਹੈ? ਜਿਹੜੀ ਲੱਕੜ ਦੀ ਬਣੀ ਹੋਵੇ। ਹੁਣ ਜੇ ਕੋਈ ਬੰਦਾ ਇਹ ਗੱਲ ਕਹੇ ਕਿ ਮੈਂ ਪੱਥਰ ਦੀ ਬੇੜੀ ਬਣਾ ਲਵਾਂ ਤੇ ਪਾਰ ਹੋ ਜਾਵਾਂ, ਪੱਥਰ ਦੀ ਬੇੜੀ ਪਾਰ ਨਹੀਂ ਕਰੇਗੀ। ਬਣ ਤੇ ਜਾਏਗੀ, ਕਾਰੀਗਰ ਬਣਾ ਦੇਵੇਗਾ, ਪਰ ਪੱਥਰ ਦੀ ਬੇੜੀ ਪਾਣੀ ਤੇ ਤਰੇਗੀ ਨਹੀਂ, ਡੁੱਬ ਜਾਏਗੀ। ਜਿਹੜਾ ਉਹਦੇ ਵਿੱਚ ਬੈਠੇਗਾ ਉਹਦਾ ਵੀ ਨਾਲ ਹੀ ਰਾਮ ਨਾਮ ਸੱਤ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਹਨ ਨਾਵ ਨਾ ਪਾਰ ਗ੍ਰਾਮੀ। ਪੱਥਰ ਦੀ ਬੇੜੀ ਤੇ ਬੈਠ ਕੇ ਕਦੇ ਪਾਰ ਨਹੀਂ ਹੋਇਆ ਜਾਣਾ, ਡੁੱਬ ਜਾਏਗਾ। ਇਸੇ ਤਰ੍ਹਾਂ ਇਹ ਪੱਥਰ ਨੂੰ ਗਲ ਵਿੱਚ ਪਾਉਣ ਦੇ ਨਾਲ, ਪੱਥਰ ਦੀ ਪੂਜਾ ਕਰਨ ਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਚੱਲਿਆ। ਸੰਸਾਰ ਸਮੁੰਦਰ ਦੇ ਵਿੱਚ ਹੀ ਰਹਿ ਜਾਣਾ ਹੈ, ਇੱਥੇ ਹੀ ਡੁੱਬ ਜਾਣਾ ਹੈ। ਬਚਨ ਇਹ ਹੈ, ਕੋਈ ਕਿਸੇ ਭਗਵਾਨ ਨੂੰ ਮੰਨਦਾ ਹੈ, ਕੋਈ ਕਿਸੇ ਅੱਲਾ ਨੂੰ ਮੰਨਦਾ ਹੈ, ਕੋਈ ਕਿਸੇ ਨੂੰ ਵੀ ਮੰਨਦਾ ਹੈ, ਪਰ ਉਹ ਜਿਹਨੂੰ ਵੀ ਮੰਨਦਾ ਹੈ ਨਾ, ਉਸ ਪੈਗੰਬਰ ਦਾ ਉਪਦੇਸ਼ ਇਹ ਹੈ ਵੀ ਨਾਮ ਆਪ ਜਪ। ਕਿਸੇ ਵੀ ਪੈਗੰਬਰ ਨੇ ਇਹ ਨਹੀਂ ਕਿਹਾ ਵੀ ਮੋਢੇ ਤੇ ਮੇਰਾ ਨਾਂ ਲਿਖਾ ਲਾ ਮੈਂ ਤੈਨੂੰ ਪਾਰ ਕਰ ਦਿਆਂਗਾ। ਭਾਵੇਂ ਕੋਈ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲਾ, ਰਾਮ ਨੂੰ ਮੰਨਣ ਵਾਲਾ ਹੈ, ਮੁਹੰਮਦ ਨੂੰ ਮੰਨਣ ਵਾਲਾ ਹੈ, ਕਿਸੇ ਵੀ ਅਵਤਾਰ ਨੂੰ ਕੋਈ ਵੀ ਮੰਨਣ ਵਾਲਾ ਹੈ, ਉਹਦੀ ਲਿਖਤ ਵਿਖਾ ਦਿਓ ਉਸ ਅਵਤਾਰ ਦੀ, ਵੀ ਉਹਨੇ ਲਿਖਿਆ ਹੋਵੇ ਕਿਤੇ ਵੀ ਤੂੰ ਨਾਂ ਲਿਖਾ ਲਈ ਬਾਂਹ ਤੇ ਮੈਂ ਤੈਨੂੰ ਮੁਕਤ ਕਰ ਦਿਆਂਗਾ, ਗਲ ਵਿੱਚ ਮੇਰੀ ਫੋਟੋ ਪਾ ਲਾ ਮੈਂ ਤੈਨੂੰ ਮੁਕਤ ਕਰ ਦਿਆਂਗਾ। ਨਹੀਂ ਲਿਖਿਆ ਹੋਇਆ। ਜਿੰਨੇ ਵੀ ਅਵਤਾਰ ਪੈਗੰਬਰ ਨੇ ਉਹਨਾਂ ਨੇ ਆਖਿਆ ਵੀ ਆਪ ਜਪ ਤਾਂ ਤੇਰਾ ਭਲਾ ਹੋਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਮ ਜਪੇ ਬਿਨਾ ਪਾਰ ਨਹੀਂ ਹੋਈਦਾ ਹੈ। ਗੁਰਮਿਲ ਨਾਨਕ ਠਾਕੁਰ ਜਾਤਾ। ਜਿਹੜੇ ਗੁਰੂ ਦੇ ਨਾਲ ਮਿਲੇ ਨੇ
ਉਹਨਾਂ ਨੇ ਠਾਕੁਰ ਕਹੀਏ ਪਰਮੇਸ਼ਰ ਨੂੰ ਜਾਣ ਲਿਆ ਹੈ। ਜਲ ਥਲ ਮਈਲ ਪੂਰਨ ਬੇਦਾਤਾ, ਉਹ ਪਰਮਾਤਮਾ ਜਲ ਵਿੱਚ, ਥਲ ਵਿੱਚ, ਧਰਤੀ ਤੇ ਆਕਾਸ਼ ਵਿੱਚ ਸਮਾਇਆ ਹੋਇਆ ਹੈ। ਸੋਹੀ ਮਹੱਲਾ ਪੰਜਵਾਂ, ਲਾਲਨ ਰਾਵਿਆ ਕਵਨ ਗਤੀਰੀ। ਸਤਿਗੁਰੂ ਜੀ ਇੱਥੇ ਦੋ ਸਾਧੂਆਂ ਦਾ ਸੰਵਾਦ ਲਿਖਦੇ ਪਏ, ਇੱਕ ਹੈ ਉੱਤਮ, ਇੱਕ ਹੈ ਮੱਧਮ। ਮੱਧਮ ਸਾਧੂ ਉਹ ਹੈ ਜਿਹੜਾ ਪਹੁੰਚਿਆ ਨਹੀਂ, ਰਸਤੇ ਵਿੱਚ ਹੈ, ਤੁਰਿਆ ਹੋਇਆ ਮੰਜ਼ਿਲ ਤੇ, ਪਰ ਮੰਜ਼ਿਲ ਤੇ ਪਹੁੰਚਿਆ ਨਹੀਂ, ਰਸਤੇ ਤੇ ਤੁਰਿਆ ਜਾ ਰਿਹਾ ਪਰ ਟਿਕਾਣੇ ਤੇ ਨਹੀਂ ਪਹੁੰਚਿਆ, ਉਹਨੂੰ ਕਿਹਾ ਜਾਂਦਾ ਮੱਧਮ। ਉੱਤਮ ਉਹ ਹੈ ਜਿਹੜਾ ਪਹੁੰਚ ਗਿਆ ਹੈ। ਹੁਣ ਜਿਹੜਾ ਨਹੀਂ ਪਹੁੰਚਿਆ ਉਹ ਪੁੱਛਦਾ ਪਿਆ, ਲਾਲਨ ਰਾਵਿਆ ਕਵਨ ਗਤੀ ਰੀ। ਰੀ ਤੋਂ ਭਾਵ ਹੈ ਹੇ ਸਖੀਏ, ਹੇ ਮਿੱਤਰਾ, ਉਹ ਜਿਹੜਾ ਲਾਲਨ ਹੈ ਨਾ, ਪਿਆਰਾ ਪਰਮਾਤਮਾ, ਤੂੰ ਕਿਵੇਂ ਉਸ ਨੂੰ ਰਾਵਿਆ ਹੈ, ਤੂੰ ਕਿਵੇਂ ਉਸ ਨੂੰ ਮਾਣਿਆ ਹੈ, ਤੈਨੂੰ ਉਹਦੀ ਕਿਵੇਂ ਪ੍ਰਾਪਤੀ ਹੋਈ ਹੈ। ਸਿੱਧਾ ਸ਼ਬਦ ਆਪਾਂ ਇਹ ਕਹਿ ਲਈਏ ਕਿ ਜਿਹਨੂੰ ਪ੍ਰਾਪਤੀ ਨਹੀਂ ਹੈ ਉਹ ਪ੍ਰਾਪਤੀ ਕਰਨ ਵਾਲੇ ਨੂੰ ਪੁੱਛਦਾ ਵੀ ਤੈਨੂੰ ਗੁਰੂ ਕਿਵੇਂ ਮਿਲਿਆ ਹੈ, ਤੈਨੂੰ ਪਰਮੇਸ਼ਰ ਕਿਵੇਂ ਮਿਲਿਆ ਹੈ, ਜਿਵੇਂ ਤੈਨੂੰ ਮਿਲਿਆ ਮੈਨੂੰ ਦੱਸਣਾ ਕਰ। ਲਾਲਨ ਰਾਵਿਆ, ਲਾਲਨ ਤੋਂ ਭਾਵ ਹੈ ਪਿਆਰਾ ਪਰਮਾਤਮਾ, ਰਾਵਿਆ ਕਹੀਏ ਮਾਣਿਆ, ਪ੍ਰਾਪਤ ਕੀਤਾ। ਕਵਨ ਗਤੀ ਰੀ, ਕਵਨ ਕਿਸ ਤਰ੍ਹਾਂ, ਗਤੀ ਕਹੀਏ ਮਰਿਆਦਾ ਦੇ ਨਾਲ, ਕਿਸ ਮਰਿਆਦਾ ਦੇ ਨਾਲ ਤੁਸੀਂ ਉਸ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਸਖੀ ਬਤਾਵੋ ਮੁਝ ਹੈ ਮਤੀਰੀ। ਹੇ ਸਖੀ, ਹੇ ਮਿੱਤਰਾ, ਮੈਨੂੰ ਵੀ ਮਤ ਦੇ ਕੇ, ਸਮਝ ਦੇ ਕੇ, ਸੋਝੀ ਦੇ ਕੇ, ਗਿਆਨ ਦੇ ਕੇ ਮੈਨੂੰ ਵੀ ਦੱਸ ਦਿਓ ਵੀ ਉਹਨੂੰ ਕਿਵੇਂ ਪ੍ਰਾਪਤ ਕਰੀਦਾ ਹੈ, ਜਿਵੇਂ ਆਪ ਜੀ ਨੇ ਕੀਤਾ ਹੈ। ਸੂਬ ਸੂਬ ਸੋਵਈ ਆਪਣੇ ਪ੍ਰੀਤਮ ਕੇ ਰੰਗ ਰਤੀ। ਫਿਰ ਮਹਾਤਮਾ ਅੱਗੋਂ ਜਵਾਬ ਦਿੰਦੇ, ਉੱਤਰ ਦਿੰਦੇ, ਕਹਿਣ ਲੱਗੇ ਭਾਈ, ਉਹ ਜਿਹੜਾ ਆਪਣਾ ਪ੍ਰੀਤਮ ਹੈ ਨਾ ਪਰਮਾਤਮਾ, ਉਹਦੇ ਰੰਗ ਦੇ ਵਿੱਚ ਜਦੋਂ ਰੱਤੇ ਜਾਈਏ, ਜਦੋਂ ਰੰਗੇ ਜਾਈਏ, ਰੰਗ ਰੱਤੀ, ਉਹਦੇ ਰੰਗ ਕਹੀਏ ਪ੍ਰੇਮ ਦੇ ਵਿੱਚ, ਰੱਤੀ ਕਹੀਏ ਜਦੋਂ ਰੰਗੇ ਗਏ ਨਾ ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਫਿਰ ਸੁਭ ਹੈ, ਸੁਭ ਹੈ ਸੂਹਵੀ। ਫਿਰ ਮਨ ਕਰਕੇ ਸ਼ੋਭਨੀਕ ਹੋ ਜਾਈਦਾ, ਤਨ ਕਰਕੇ ਸ਼ੋਭਨੀਕ ਹੋ ਜਾਈਦਾ, ਬਾਣੀ ਕਰਕੇ ਸ਼ੋਭਨੀਕ ਹੋ ਜਾਈਦਾ ਹੈ। ਪਰ ਸ਼ੋਭਨੀਕ ਉਦੋਂ ਹੋਈਦਾ ਹੈ ਜਦੋਂ ਉਹਦੇ ਰੰਗ ਵਿੱਚ ਰੰਗੇ ਜਾਈਏ, ਜਾਂ ਇਸ ਤਰ੍ਹਾਂ ਕਹਿ ਲਈਏ ਜੋ ਸਤਿਗੁਰਾਂ ਦੀ ਗੁਰਬਾਣੀ ਸ਼ੋਭਨੀਕ ਹੈ। ਜਦੋਂ ਸ਼ੋਭਨੀਕ ਕਿਸੇ ਗੁਰਸਿੱਖ ਨੇ ਪੜ੍ਹੀ ਹੈ, ਉਹ ਪੜ੍ਹਨ ਵਾਲਾ ਸਿੱਖ ਸ਼ੋਭਾ ਦੇ ਸਹਿਤ ਸ਼ੋਭਨੀਕ ਹੋ ਗਿਆ ਹੈ, ਐਸੀ ਦਾਤ ਮਿਲਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜੋ ਸ਼ੋਭਨੀਕ ਪਰਮਾਤਮਾ ਹੈ, ਉਸ ਦੀ ਜਿਹੜੀ ਸ਼ੋਭਨੀਕ ਸੋਭਾ ਹੈ, ਉਹ ਸੋਭਾ ਨੂੰ ਸੁਣ ਕੇ, ਸੋਭਾ ਨੂੰ ਕਰਕੇ ਮੈਂ ਵੀ ਸ਼ੋਭਨੀਕ ਹੋ ਗਿਆ ਹਾਂ। ਸੁਭ ਹੈ, ਸੁਭ ਹੈ ਸੂਹਵੀ, ਇਹਦਾ ਭਾਵ ਇਹ ਹੈ ਸ਼ੋਭਾ ਵਾਲਾ, ਸ਼ੋਭਾ ਵਾਲਾ, ਸ਼ੋਭਾ ਵਾਲਾ। ਸੋ ਕਹਿੰਦੇ ਇਸ ਤਰ੍ਹਾਂ ਸ਼ੋਭਨੀਕ ਹੋ ਜਾਈਦਾ ਹੈ। ਰਹਾਓ ਪਾਮ ਲਵੋ ਸੰਗ ਨੈਣ ਪਤੀਰੀ। ਮਹਾਰਾਜ ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਜਿਹੜੇ ਇਹ ਨੈਣ ਨੇਤਰ ਨੇ, ਇਹਨਾਂ ਨੇਤਰਾਂ ਦੀਆਂ ਜਿਹੜੀਆਂ ਪਲਕਾਂ ਨੇ, ਮੈਂ ਇਹਨਾਂ ਪਲਕਾਂ ਦੇ ਨਾਲ ਤੁਹਾਡੇ ਚਰਨਾਂ ਨੂੰ ਪਲੋਸਦਾ ਹਾਂ, ਤੁਹਾਡੇ ਚਰਨਾਂ ਦੇ ਧੂੜੀ ਨੂੰ ਉਡਾਉਂਦਾ ਹਾਂ ਆਪਣੀਆਂ ਅੱਖਾਂ ਦੀਆਂ ਪਲਕਾਂ ਦੇ ਨਾਲ। ਮੈਂ ਇਹਨਾਂ ਅੱਖਾਂ ਦੀਆਂ ਪਲਕਾਂ ਦੇ ਨਾਲ ਤੁਹਾਡੇ ਚਰਨਾਂ ਨੂੰ ਪਲੋਸਦਾ ਹਾਂ, ਤੁਹਾਡੇ ਚਰਨਾਂ ਦੀ ਮੁੱਠੀ ਚਾਪੀ ਅੱਖਾਂ ਨਾਲ ਹੀ ਕਰਾਂ, ਜੇ ਆਪ ਜੀ ਮੇਰੇ ਤੇ ਕਿਰਪਾ ਕਰੋ। ਜਹਾਂ ਪਠਾਓ ਜਾਓ ਤਤੀਰੀ। ਜਿੱਥੇ ਤੁਸੀਂ ਮੈਨੂੰ ਭੇਜੋਗੇ ਵੀ ਜਾ ਭਾਈ ਫਲਾਣਾ ਕੰਮ ਕਰਕੇ ਆ, ਸਾਡਾ ਕੋਈ ਕੰਮ ਰੁਕ ਜਾਵੇ, ਅਸੀਂ ਕਿਸੇ ਕੋਲੋਂ ਮਦਦ ਲਈਏ, ਉਹ ਬੰਦਾ ਸਾਨੂੰ ਅੱਗੋਂ ਇਹ ਕੰਮ ਕਹੇ ਵੀ ਤੈਨੂੰ ਪਹਿਲਾਂ ਮੇਰਾ ਕੰਮ ਕਰਨਾ ਪੈਣਾ, ਫਿਰ ਮੈਂ ਤੇਰਾ ਕਰਾਂਗਾ, ਤੇ ਅਸੀਂ ਉਹਨੂੰ ਆਖਾਂਗੇ ਵੀ ਤੂੰ ਭਾਵੇਂ ਸਾਨੂੰ ਖੂਹ ਵਿੱਚ ਵੀ ਸੁੱਟ ਦੇ, ਅਸੀਂ ਡਿੱਗਣ ਵਾਸਤੇ ਤਿਆਰ ਹਾਂ, ਪਰ ਸਾਡੀ ਮਦਦ ਜ਼ਰੂਰ ਕਰ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਮਹਾਰਾਜ ਤੁਸੀਂ ਜਿੱਥੇ ਵੀ ਕਹੋਗੇ ਨਾ ਮੈਨੂੰ ਜਾਣ ਵਾਸਤੇ, ਮੈਂ ਜਾਣ ਨੂੰ ਤਿਆਰ ਹਾਂ, ਬਸ ਮੇਰੇ ਤੇ ਕਿਰਪਾ ਇਹ ਕਰ ਦਿਓ ਵੀ ਮੈਨੂੰ ਪ੍ਰਾਪਤੀ ਹੋ ਜਾਵੇ ਪਰਮੇਸ਼ਰ ਦੀ। ਜਾਹੇ ਪਠਾਵੋ, ਜਿੱਥੇ ਮੈਨੂੰ ਭੇਜੋਗੇ, ਜਾਵੋ ਤਤੀਰੀ, ਮੈਂ ਉੱਥੇ ਹੀ ਚਲਾ ਜਾਵਾਂਗਾ, ਉਸੇ ਜਗ੍ਹਾ ਤੇ, ਮੈਂ ਨਾ ਨਹੀਂ ਕਰਦਾ ਹਾਂ। ਜਪ ਤਪ ਸੰਜਮ ਦਿਓ ਜਤੀਰੀ। ਮੈਂ ਆਪਣਾ ਜਪ ਤਾਪ ਤੇ ਜਤ, ਜੋ ਵੀ ਮੇਰੇ ਕੋਲ ਸ਼ੁਭ ਗੁਣ ਨੇ, ਮੈਂ ਸਾਰੇ ਤੁਹਾਨੂੰ ਦੇ ਦਿਆਂਗਾ। ਬਚਨ ਆ ਗਿਆ ਨਾ, ਸਤਿਗੁਰੂ ਕਹਿਣ ਲੱਗੇ ਕੋਈ ਜਨ ਹਰਸਿਓ ਦੇਵੈ ਜੋਰ,
ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਨ ਅਕੋਰ। ਮੈਂ ਤੇ ਆਪਣੀ ਜਾਨ ਕੱਢ ਕੇ ਵੀ ਦੇਣ ਨੂੰ ਤਿਆਰ ਹਾਂ, ਕੋਈ ਮੈਨੂੰ ਰੱਬ ਦੇ ਨਾਲ ਮਿਲਾ ਤੇ ਦੇਵੇ ਨਾ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਮੈਂ ਆਪਣਾ ਜਤ ਵੀ ਦਿੰਦਾ, ਆਪਣਾ ਸਤ ਵੀ ਦਿੰਦਾ, ਆਪਣਾ ਤਾਪ ਵੀ ਦੇ ਦਿੰਦਾ, ਮੈਂ ਸਭ ਕੁਝ ਦੇਣ ਨੂੰ ਤਿਆਰ ਹਾਂ। ਲੈ ਲਓ ਜੋ ਮੇਰੇ ਕੋਲੋਂ ਚਾਹੀਦਾ ਹੈ, ਪਰ ਮੈਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਰਵਾ ਦਿਓ। ਇੱਕ ਨਿਮਖ ਮਿਲਾਵੋ ਮੋਹਿ ਪ੍ਰਾਨ ਪਤਰੀ। ਮੈਨੂੰ ਪ੍ਰਮਾਤਮਾ ਇੱਕ ਨਿਮਖ ਜਿੰਨੇ ਸਮੇਂ ਜਿੰਨਾ ਹੀ ਮਿਲ ਜਾਵੇ। ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਪੱਕੀ ਰਜਿਸਟਰੀ ਮਿਲ ਜਾਵੇ ਵੀ ਰੱਬ ਮੇਰੇ ਤੋਂ ਪਰਾਂ ਹੋਵੇ ਹੀ ਨਾ। ਮੈਨੂੰ ਇੱਕ ਨਿਮਖ ਜਿੰਨਾ ਸਮਾਂ, ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ, ਪਲਕਾਂ ਨੂੰ ਝਪਕਣਾ, ਬਸ ਇੰਨਾ ਕੁ ਸਮਾਂ ਮੈਨੂੰ ਪ੍ਰਮਾਤਮਾ ਦਿਖਾ ਦਿਓ। ਜ਼ਿਆਦਾ ਨਹੀਂ ਮੰਗਦਾ ਮੈਂ, 5-7 ਮਿੰਟ ਜਾਂ 2-4 ਘੰਟੇ ਨਹੀਂ, ਅੱਖਾਂ ਨੂੰ ਪਲਕਾਂ ਨੂੰ ਝਪਕਣ ਦੇ ਸਮੇਂ ਤੱਕ ਹੀ ਪ੍ਰਮਾਤਮਾ ਦਿਖਾ ਦਿਓ। ਮੈਂ ਆਪਣੇ ਸਾਰੇ ਜਪ ਤਪ ਦੇਣ ਨੂੰ ਤਿਆਰ ਹਾਂ, ਆਪਣੀ ਸਾਰੀ ਜਾਇਦਾਦ ਪ੍ਰਾਪਰਟੀ ਦੇਣ ਨੂੰ ਤਿਆਰ ਹਾਂ, ਆਪਣਾ ਸਭ ਕੁਝ ਹੀ ਦੇਣ ਨੂੰ ਤਿਆਰ ਹਾਂ। ਮੈਨੂੰ ਇੰਨਾ ਸਮਾਂ ਪ੍ਰਮਾਤਮਾ ਦੇ ਦਿਦਾਰੇ ਕਰਵਾ ਦਿਓ। ਮਾਨ ਤਾਨ ਅਹੰ ਬੁੱਧ ਹਤੀਰੀ। ਮਹਾਤਮਾ ਕਹਿਣ ਲੱਗੇ ਗੁਰਮੁਖਾ, ਇਹ ਮਾਨ ਤੇ ਤਾਨ ਛੱਡ ਦੇ। ਪੁੱਛਿਆ ਨਾ ਵੀ ਮੈਨੂੰ ਕਿਵੇਂ ਮਿਲੇਗਾ, ਮਹਾਤਮਾ ਕਹਿੰਦੇ ਮਿਲੇਗਾ ਇਸ ਤਰ੍ਹਾਂ, ਪਹਿਲਾਂ ਮਾਨ ਛੱਡ ਵੀ ਮੈਂ ਕੁਝ ਹਾਂ, ਪਹਿਲਾਂ ਤੇ ਇਹਨੂੰ ਪਰੇ ਕਰ। ਦੂਜਾ ਬਚਨ ਹੈ ਤਾਨ। ਤਾਨ ਨਾਮ ਹੈ ਬਲ ਦਾ। ਆਪਣੀ ਤਾਕਤ ਛੱਡ ਦੇ, ਮੇਰੇ ਵਿੱਚ ਇੰਨਾ ਜ਼ੋਰ ਹੈ, ਇੰਨੀ ਤਾਕਤ ਹੈ, ਮੇਰੀ ਇੰਨੀ ਪਹੁੰਚ ਹੈ, ਇਹ ਵੀ ਛੱਡ ਦੇ। ਆਪਣਾ ਮਾਨ ਵੀ ਛੱਡ, ਹੰਕਾਰ, ਆਪਣਾ ਤਾਕਤ ਬਲ ਵੀ ਛੱਡ ਦੇ। ਦੂਜਾ ਬਚਨ ਕਰਦੇ ਅਹੰ ਬੁੱਧ, ਹੰਕਾਰ ਵਾਲੀ ਮਤ। ਕਈਆਂ ਦੇ ਮਨ ਵਿੱਚ, ਮਤ ਵਿੱਚ ਹਰ ਵੇਲੇ ਹੰਕਾਰ ਹੀ ਭਰਿਆ ਰਹਿੰਦਾ, ਮੈਂ ਹੀ ਮੈਂ ਹਾਂ। ਕਹਿਣ ਲੱਗੇ ਇਹ ਵੀ ਛੱਡ ਦੇ। ਰੱਬ ਨੂੰ ਪਾਉਣਾ ਚਾਹਣਾ, ਮਾਨ ਛੱਡ, ਆਪਣੀ ਤਾਕਤ ਛੱਡ, ਹੰਕਾਰ ਵਾਲੀ ਮਤ ਛੱਡ। ਜਦੋਂ ਇਹ ਛੱਡੇਗਾ ਫਿਰ ਪ੍ਰਮਾਤਮਾ ਪ੍ਰਾਪਤ ਹੈ। ਸਾ ਨਾਨਕ ਸੁਹਾਗਵਤੀਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਉਹ ਸੁਹਾਗਣ ਹੈ, ਉਸ ਨੂੰ ਪ੍ਰਾਪਤੀ ਹੋ ਗਈ ਹੈ। ਸੋਹੀ ਮਹੱਲਾ ਪੰਜਵਾਂ। ਤੂੰ ਜੀਵਨ ਤੂੰ ਪ੍ਰਾਨ ਆਧਾਰਾ। ਸਤਿਗੁਰੂ ਜੀ ਆਪ ਜੀ ਮੇਰਾ ਜੀਵਨ ਹੋ, ਤੁਸੀਂ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੋ। ਤੁਝ ਹੀ ਪੇਖ ਪੇਖ ਮਨ ਸਾਧਾਰਾ। ਆਪ ਜੀ ਨੂੰ ਵੇਖ ਵੇਖ ਕੇ ਮੇਰਾ ਮਨ ਜਿਹੜਾ ਹੈ ਉਹ ਸੁਧਾਰਾ ਕਹੀਏ ਧੀਰਜ ਦੇ ਸਹਿਤ ਹੁੰਦਾ ਹੈ। ਤੁਹਾਨੂੰ ਵੇਖ ਕੇ ਮੈਨੂੰ ਹੌਸਲਾ ਆ ਜਾਂਦਾ ਹੈ। ਤੂੰ ਸਾਜਨ ਤੂੰ ਪ੍ਰੀਤਮ ਮੇਰਾ। ਸਤਿਗੁਰੂ ਤੁਸੀਂ ਐਸ ਲੋਕ ਦੇ ਸੱਜਣ ਹੋ, ਇੱਥੇ ਵੀ ਸਾਥ ਨਹੀਂ ਛੱਡਦੇ, ਤੇ ਪ੍ਰਲੋਕ ਦੇ ਵਿੱਚ ਪ੍ਰੀਤਮ ਹੋ, ਉੱਥੇ ਵੀ ਸਾਥ ਨਹੀਂ ਛੱਡਦੇ ਹੋ। ਇਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ। ਤੁਸੀਂ ਲੋਕ ਪ੍ਰਲੋਕ ਵਿੱਚ ਰੱਖਿਆ ਕਰਦੇ ਹੋ। ਚਿਤੇ ਨਾ ਬਿਸਰੈ ਕਾਹੂ ਬੇਰਾ। ਮੇਰੇ ਤੇ ਕਿਰਪਾ ਕਰੋ, ਮੇਰੇ ਚਿੱਤ ਵਿੱਚੋਂ ਤੁਸੀਂ ਵਿਸਰ ਨਾ ਜਾਓ, ਭੁੱਲ ਨਾ ਜਾਓ, ਮੈਨੂੰ ਹਰ ਵੇਲੇ ਤੁਹਾਡਾ ਨਾਮ ਯਾਦ ਰਵੇ, ਇਹ ਕਿਰਪਾ ਕਰੋ। ਰਹਾਓ ਬੈ ਖਰੀਦ ਹੋ ਦਾਸਰੋ ਤੇਰਾ। ਮਹਾਰਾਜ ਮੈਂ ਤੇ ਬੈ ਖਰੀਦ ਹਾਂ। ਬੈ ਖਰੀਦ ਕਿਹਾ ਜਾਂਦਾ ਖਰੀਦਿਆ ਹੋਇਆ, ਗੋਲਾ, ਦਾਸ, ਸੇਵਕ, ਨੌਕਰ। ਮਹਾਰਾਜ ਮੈਂ ਤੇ ਤੁਹਾਡਾ ਦਾਸ ਹਾਂ, ਆਪ ਜੀ ਦਾ ਚੇਲਾ ਖਰੀਦਿਆ ਹੋਇਆ ਹਾਂ। ਤੂੰ ਭਾਰੋ ਠਾਕੁਰ ਗੁਣੀ ਗਹਿਰਾ। ਆਪ ਜੀ ਵੱਡੇ ਮਾਲਕ ਹੋ ਤੇ ਗੁਣਾਂ ਦੇ ਖਜ਼ਾਨੇ ਹੋ। ਕੋਟ ਦਾਸ ਜਾ ਕੇ ਦਰਬਾਰੇ। ਥੋੜਾ ਹੀ ਦਾਸ ਤੁਹਾਡੇ ਦਰਬਾਰ ਵਿੱਚ ਨੇ। ਕਈ ਵਾਰੀ ਆਪਾਂ ਆਖਦੇ ਮੈਂ ਬਾਣੀ ਨਹੀਂ ਪੜ੍ਹਨੀ ਅੱਜ ਤੋਂ ਬਾਅਦ, ਮੈਂ ਤੇ ਗੁਰੂ ਨੂੰ ਮੱਥਾ ਨਹੀਂ ਟੇਕਣਾ ਅੱਜ ਤੋਂ ਬਾਅਦ, ਮੇਰਾ ਕੰਮ ਹੋ ਗਿਆ ਖਰਾਬ, ਗੁਰੂ ਨੇ ਸਵਾਰਿਆ ਨਹੀਂ। ਸਾਨੂੰ ਇਹ ਹੁੰਦਾ ਵੀ ਮੈਂ ਹੀ ਹਾਂ ਸਿੱਖ, ਜੇ ਮੈਂ ਨਾ ਗਿਆ ਤੇ ਗੁਰਦੁਆਰਾ ਬੰਦ ਹੋ ਜਾਣਾ, ਮੈਂ ਨਾ ਗਿਆ ਤੇ ਪਾਠ ਕਿਸੇ ਨੇ ਕਰਨਾ ਹੀ ਨਹੀਂ। ਮਹਾਰਾਜ ਕਹਿਣ ਲੱਗੇ ਉਹਦੇ ਦਰਬਾਰ ਦੇ ਵਿੱਚ ਤੇ ਪਹਿਲਾਂ ਹੀ ਕਰੋੜਾਂ ਬੈਠੇ ਨੇ, ਜਿਹਦੇ ਕੋਲ ਕਰੋੜਾਂ ਨੇ ਉਹਨੂੰ ਤੇਰੇ ਇੱਕ ਅੱਧੇ ਦੀ ਲੋੜ ਵੀ ਨਹੀਂ ਹੈ। ਕੋਟ ਦਾਸ ਜਾ ਕੇ ਦਰਬਾਰੇ, ਉਹਦੇ ਸੱਚਖੰਡ ਦਰਬਾਰ ਦੇ ਵਿੱਚ ਕਰੋੜਾਂ ਹੀ ਭਗਤ ਬੈਠੇ ਹੋਏ, ਨਾਮ ਜਪਣ ਵਾਲੇ, ਨਮਸਕਾਰਾਂ ਕਰਨ ਵਾਲੇ। ਤੇਰੇ ਵਰਗਾ ਇੱਕ ਅੱਧਾ ਨਹੀਂ ਵੀ ਕਰੇਗਾ ਤੇ ਉਹਨੂੰ ਕੋਈ ਫਰਕ ਨਹੀਂ ਪੈਣਾ ਹੈ, ਪਰ ਤੈਨੂੰ ਜ਼ਰੂਰ ਪੈ ਜਾਣਾ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਰੱਬ ਦਾ ਪਲੜਾ ਭਾਰੀ ਹੈ, ਤੇਰਾ ਪਲੜਾ ਹੌਲਾ ਹੈ, ਇਸ ਕਰਕੇ ਆਪਣਾ ਹੰਕਾਰ ਛੱਡ ਵੀ ਮੈਂ ਮੱਥਾ ਨਹੀਂ ਟੇਕਣਾ, ਮੈਂ ਬਾਣੀ ਨਹੀਂ ਪੜ੍ਹਨੀ। ਨਹੀਂ ਪੜ੍ਹਨੀ ਤੇ ਉਹਨੂੰ ਤੇ ਫਰਕ ਕੋਈ ਨਹੀਂ ਪੈਣਾ, ਪਰ ਤੇਰੇ ਪੱਲੇ ਕੱਖ ਨਹੀਂ ਰਹਿਣਾ ਹੈ।
ਕਿਉਂਕਿ ਉਹਦੇ ਦਰਬਾਰ ਵਿੱਚ ਤੇ ਪਹਿਲਾਂ ਹੀ ਕਰੋੜਾਂ ਭਗਤ ਬੈਠੇ ਹੋਏ ਨਾਮ ਜਪਦੇ ਨਮਸਕਾਰਾਂ ਕਰਦੇ ਹਨ। ਨਿਮਖ ਨਿਮਖ ਵਸੇ ਤਿਨ ਨਾਲੇ। ਪਰਮਾਤਮਾ ਹਰ ਸਮੇਂ ਉਹਨਾਂ ਦੇ ਨਾਲ ਵਸਦਾ ਹੈ ਤੇ ਉਹ ਭਗਤ ਉਹਦੇ ਨਾਲ ਵਸਦੇ ਹਨ। ਹਉ ਕੁਛ ਨਾਹੀ ਸਭ ਕੁਛ ਤੇਰਾ। ਫਿਰ ਕੀ ਕਰੀਏ? ਬੇਨਤੀ ਇਹ ਕਰ, ਹਉ ਕਿਛ ਨਾਹੀ, ਮਹਾਰਾਜ ਮੈਂ ਕੁਝ ਵੀ ਨਹੀਂ ਹਾਂ, ਮੇਰੇ ਕੋਲ ਕੁਝ ਨਹੀਂ ਹੈ। ਹਉ ਕਿਛ ਨਾਹੀ, ਮੈਂ ਕੁਝ ਨਹੀਂ ਹਾਂ, ਸਭ ਕੁਛ ਤੇਰਾ, ਜੋ ਕੁਝ ਵੀ ਹੈ ਨਾ ਤੇਰਾ ਹੀ ਹੈ। ਗੁਰਮੁਖੋ ਪਦਾਰਥਾਂ ਦੀ ਗੱਲ ਤੇ ਪਰੇ ਕਰ ਦਿਓ, ਇਹ ਤਾਂ ਪਤਾ ਵੀ ਰੱਬ ਨੇ ਦਿੱਤੇ। ਇਹ ਜਿਹੜਾ ਸਰੀਰ ਤੈਨੂੰ ਦਿੱਤਾ ਹੈ ਇਹ ਵੀ ਤੇਰਾ ਨਹੀਂ ਹੈ, ਇਹ ਸਰੀਰ ਵੀ ਤੈਨੂੰ ਉਹਨੇ ਹੀ ਦਿੱਤਾ ਹੋਇਆ। ਫਿਰ ਮਾਣ ਕਿਸ ਗੱਲ ਦਾ ਕਰਨਾ ਹੈ? ਓਤ ਪੋਤ ਨਾਨਕ ਸੰਗ ਬਸੇਰਾ। ਪਰਮਾਤਮਾ ਆਪਣੇ ਭਗਤਾਂ ਦੇ ਨਾਲ ਓਤ ਪੋਤ ਤਾਣੇ ਪੇਟੇ ਵਾਂਗ ਮਿਲਿਆ ਹੋਇਆ ਹੈ। ਐਸੀ ਉਸ ਦੀ ਬਖਸ਼ਿਸ਼ ਹੈ, ਕਿਰਪਾ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਹਉ ਕੁਛ ਨਾਹੀ ਸਭ ਕੁਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ